ਵਾਹਿਗੁਰੂ। ਭਾਈ ਸਾਹਿਬ ਜੀ, ਮੈਂ ਤੁਹਾਡੀਆਂ ਕੈਸਟਾਂ ਸੁਣੀਆਂ ਨੇ। ਉਸ ਵਿੱਚ ਤੁਸੀਂ ਕਿਹਾ ਹੈ ਕਿ ਨਿਤਨੇਮ ਕਰਨਾ ਜ਼ਰੂਰੀ ਨਹੀਂ ਹੈ, ਪਰ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਕਹਿੰਦੇ ਨੇ ਕਿ ਨਿਤਨੇਮ ਕਰਨਾ ਬਹੁਤ ਜ਼ਰੂਰੀ ਹੈ। ਫਿਰ ਤੁਸੀਂ ਬਾਣੀ ਰਾਹੀਂ ਸਾਨੂੰ ਸਮਝਾ ਸਕਦੇ ਹੋ ਬਈ ਨਿਤਨੇਮ ਕਰਨਾ ਜ਼ਰੂਰੀ ਨਹੀਂ ਹੈ? ਜਿਹੜਾ ਨਿਤਨੇਮ ਦਾ ਸਵਾਲ ਹੈ, ਇੱਕ ਭਾਖ ਦਾ ਸਵਾਲ ਹੈ ਸਾਰੀ ਸਿੱਖੀ 'ਚ। ਔਰ ਨਿਤਨੇਮ ਦਿਨ ਬ ਦਿਨ ਵੱਧਦਾ ਜਾ ਰਿਹਾ ਸਿੱਖੀ ਦਾ। ਬਾਣੀਆਂ ਵੱਧਦੀਆਂ ਜਾ ਰਹੀਆਂ, ਮਾੜੀ ਚੀਜ਼ ਨਹੀਂ ਹੈ। ਪਹਿਲਾਂ ਬੰਦਾ ਬਾਣੀ ਨਾਲ ਹੀ ਲੱਗਦਾ ਹੈ। ਬਾਣੀ ਸਾਡੀ ਮਦਰ ਹੈ, ਮਾਂ ਹੈ, ਸੋਮਾ ਹੈ। ਲੇਕਿਨ ਜਿੰਨੀ ਸਾਰੀ ਬਾਣੀ ਹੈ ਸਤਿਗੁਰ ਦੀ, ਉਹ ਨਾਮ ਦੀ ਮਹਿਮਾ ਕਰਦੀ ਹੈ। ਰੱਬ ਦੀ ਮਹਿਮਾ ਘੱਟ ਆ ਹਲੀ, ਨਾਮ ਜਪਣ ਦੀ ਹੀ ਮਹਿਮਾ ਹੈ ਸਾਰੀ ਬਾਣੀ 'ਚ। ਲੇਕਿਨ ਇੰਨੀਆਂ ਬਾਣੀਆਂ ਜਿਹੜੀਆਂ ਬਣੀਆਂ, ਇੰਨੀ ਮਿਹਨਤ ਨਾਲ ਗੁਰੂਆਂ ਨਾਲ ਇਹ ਐਡਿਟ ਕਰਕੇ ਪੋਥੀਆਂ ਬਣਾ ਕੇ, ਇੰਨੇ ਪਿੱਛੇ ਨੰਬਰ ਲਾ ਕੇ, ਇਹ ਬਾਣੀ ਵੀ ਬਹੁਤ ਜ਼ਰੂਰੀ ਚੀਜ਼ ਹੈ। ਲੇਕਿਨ ਅੱਜ ਨਿਤਨੇਮ ਦਾ ਐਸਾ ਸਵਾਲ ਹੈ। ਪਹਿਲਾਂ ਅਸੀਂ ਮੁੱਢ ਤੋਂ ਚੱਲਦੇ ਹਾਂ ਵੀ ਕੀ ਨਿਤਨੇਮ ਜਿਹੜਾ ਗੁਟਕਿਆਂ 'ਤੇ ਲਿਖੇ ਆ, ਜਾਂ ਨਿਤਨੇਮ ਦਾ ਲਫ਼ਜ਼ ਆ ਗਿਆ ਸਾਡੀ ਸੰਗਤਾਂ 'ਚ, ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਤੇ ਆਉਂਦਾ ਹੈ ਨਿਤਨੇਮ ਲਫ਼ਜ਼? ਅਸੀਂ ਜੋ ਕੰਮ ਹੋ ਰਿਹਾ ਹੈ ਉਹ ਕਦੀ ਵੀ ਗਲਤ ਨਹੀਂ ਕਹਿਣਾ ਚਾਹੀਦਾ। ਲੇਕਿਨ ਉਹ ਕੰਮ ਐਸਾ ਹੋ ਰਿਹਾ ਹੈ, ਗਿਆਨਹੀਣੰ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ, ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ। ਗੁਰੂ ਨਾਨਕ ਸਾਹਿਬ ਸਾਫ਼ ਲਿਖ ਰਹੇ ਨੇ, ਗਿਆਨਹੀਣੰ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਇਹ ਗੁਰੂ ਨਾਨਕ ਪਾਤਸ਼ਾਹ ਮਹੱਲਾ ਪਹਿਲਾ, ਕਿਉਂਕਿ ਨਾਂ ਨਹੀਂ ਕਿਸੇ ਗੁਰੂ ਦਾ ਉੱਤੇ ਹੋਏਗਾ, ਮਹੱਲੇ ਚੱਲਣਗੇ। ਔਰ ਇਹ ਸਾਰੀ ਵਾਰਤਾਲਾਪ 'ਚ ਅਸੀਂ ਮਹੱਲੇ ਕਹਾਂਗੇ, ਨਾਲ ਥੋੜ੍ਹਾ ਬਹੁਤਾ ਇਸ਼ਾਰਾ ਗੁਰੂ ਸਾਹਿਬ ਦਾ ਦੇ ਦਾਂਗੇ ਜਿਹੜੀ ਮਹੱਲਾ ਹੋਊਗਾ। ਪਹਿਲਾਂ ਤਾਂ ਸਾਰੀ ਬਾਣੀ 'ਚ ਨਿਤਨੇਮ ਦਾ ਲਫ਼ਜ਼ ਹੀ ਹੈ ਨਹੀਂ। ਜੇ ਨਿਤ ਦਾ ਲਫ਼ਜ਼ ਆਏਗਾ ਤੇ ਉਹ ਆਏਗਾ ਹਰ ਹਰ ਨਿਤ ਜਪਿਓ ਜੀ ਹੋ, ਲਾਹਾ ਖਟਿਓ ਦਿਹਾੜੀ। ਗੁਰੂ ਅਮਰਦਾਸ ਸਾਹਿਬ ਰਾਮਕਲੀ ਆਨੰਦ 'ਚ ਮਹੱਲਾ ਤੀਜਾ, ਪਈ ਹਰ ਹਰ ਨਿਤ, ਨਿਤ ਹੀ ਤੂੰ ਹਰ ਹਰ ਜਪਣਾ ਹੈ। ਸਾਨੂੰ ਤੇ ਸੰਡੇ ਦੀ ਵੀ ਛੁੱਟੀ ਨਹੀਂ ਲਿਖੀ, ਨਿਤੀ ਪਰ ਨਿਤਨੇਮ ਨਹੀਂ ਲਿਖਿਆ ਉੱਥੇ। ਨਿਤ ਜਪਿਓ ਹਰ ਹਰ, ਹਰ ਹਰ ਨਿਤ ਜਪਿਓ, ਫਿਰ ਜੀ ਲਾ ਕੇ ਜੀ ਹੋ। ਇਹ ਹੈ ਲਾਹਾ ਖਟਿਓ ਦਿਹਾੜੀ, ਸਾਰੀ ਦਿਹਾੜੀ ਦਾ ਪ੍ਰੋਫਿਟੇਬਲ ਕੰਮ। ਔਰ ਜਿਹਦਾ ਸਭ ਤੋਂ ਜ਼ਿਆਦਾ ਲਾਹਾ ਹੈ ਉਹ ਅਸੀਂ ਦਿਹਾੜੀ 'ਚ ਨਾਮ ਜਪਣਾ ਹੈ। ਬਾਕੀ ਨਿਤਨੇਮ ਦਾ ਲਫ਼ਜ਼ ਨਹੀਂ। ਔਰ ਜੇ ਨਿਤ ਕਿਤੇ ਵੀ ਆਇਆ ਹੈ ਤੇ ਉਹ ਹੈ ਨਾਮ ਨਿਤ, ਨਿਤ ਲਿਓ। ਨਾਮ ਦੇ ਨਾਲ ਨਿਤ ਆ ਰਿਹਾ। ਔਰ ਨਿਤ ਹੈ ਵੀ ਜਿਹੜਾ ਨਿਤ ਹੀ ਕਰਨਾ ਤੋਂ ਬੜਾ ਜ਼ਰੂਰੀ ਕੰਮ ਹੈ, ਪ੍ਰਾਇਮਰੀ ਹੈ, ਸਭ ਤੋਂ ਪਹਿਲਾ ਕੰਮ ਹੈ। ਬਾਕੀ ਸਾਰੇ ਇੱਥੋਂ ਥੱਲੇ ਨੇ ਕੰਮ। ਸਾਡੀ ਬਾਣੀ 'ਚ ਆਉਂਦਾ ਹੈ, ਜਿਸ ਮੈਜਰਿੰਗ ਸਟਿਕ ਨਾਲ ਗੁਰੂ ਘਰ 'ਚ ਗੁਰੂ ਬਣਦੇ ਸੀ ਔਰ ਗਾਂ ਸਾਹਿਬ ਜਾਂ ਗੱਦੀ ਲੈ ਜਾਂਦੇ ਸੀ ਜਿਹੜੇ, ਉਹਨਾਂ ਨੇ ਨਾਮ ਕਿਸ ਤਰ੍ਹਾਂ ਜਪਿਆ ਹੈ। ਉਹਨਾਂ ਨੇ ਬਾਣੀਆਂ ਦੇ ਇੰਨੇ ਪਾਠ ਨਹੀਂ ਕੀਤੇ। ਬਾਣੀ ਤਾਂ ਉਦੋਂ ਇੰਨੀ ਵਾਰ ਆਈ ਨਹੀਂ ਸੀ ਬਾਬੇ ਨਾਨਕ ਵੇਲੇ। ਔਰ ਪਹਿਲੇ ਯੁੱਗਾਂ 'ਚ ਜਿਹੜੇ ਭਗਤ ਤਰਦੇ ਸੀ ਉਹਨਾਂ ਕੋਲ ਕਿਹੜਾ ਨਿਤਨੇਮ ਸੀ। ਥੋੜ੍ਹੀ ਜਿਹੀ ਅਸੀਂ ਜੋ ਕੰਮ ਕਰ ਰਹੇ ਹਾਂ ਗਲਤ ਨਹੀਂ ਹੈ, ਉਹਦਾ ਵੀ ਬਹੁਤ ਫਾਇਦਾ ਹੈ। ਲੇਕਿਨ ਜਿੰਨਾ ਫਾਇਦਾ ਨਾਮ ਜਪਣ ਦਾ ਹੈ ਬਾਣੀ 'ਚ, ਉਹ ਤੁਸੀਂ ਆਪ ਲੱਭ ਸਕਦੇ ਹੋ। ਲੇਕਿਨ ਸਭ ਤੋਂ ਵੱਡਾ
ਇਹ ਕਾਰਾ ਹੋ ਰਿਹਾ ਹੈ। ਕਹਿੰਦੇ ਜੀ ਇਹ ਬਾਣੀ ਪੜ੍ਹਨੀ, ਗੁਰਦੁਆਰੇ ਜਾਣਾ, ਧਰਮ ਦਾ ਅਸੀਂ ਕੰਮ ਕਰ ਰਹੇ ਹਾਂ, ਇਹ ਭਗਤੀ ਨਹੀਂ ਹੈ। ਅਸੀਂ ਕਹਿੰਦੇ ਹਾਂ ਠੀਕ ਹੈ, ਭਗਤੀ ਨਹੀਂ ਹੈ। ਭਗਤੀ ਜਿੱਦਾਂ ਨਿਤਨੇਮ ਜਾਂ ਬਾਣੀਆਂ ਪੜ੍ਹਨਾ, ਸਾਰਾ ਕਿਸੇ ਚੀਜ਼ ਨਾਲ, ਇਹਨਾਂ ਨਾਲ ਇਹ ਜਿੰਨੇ ਵੀ ਪਾਠ ਕਰ ਰਹੇ ਹਾਂ ਅਸੀਂ ਸਭ ਕੁਝ ਕਰ ਰਹੇ ਹਾਂ, ਵਿਵਹਾਰਕ ਹੈ। ਲੇਕਿਨ ਕੌਮ ਨੂੰ ਬਾਣੀ ਦੇ ਲਿਹਾਜ਼ ਨਾਲ ਅਸੀਂ ਹਲੂਣਾ ਦਿੰਦੇ ਹਾਂ ਵੀ ਭਾਈ ਕਿਤੇ ਵੀ ਇੱਕ ਤੁਕ ਵੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਪਾਠ ਕਰਨ ਲਈ ਰਿਕਮੈਂਡ ਨਹੀਂ ਕਰਦੀ। ਹੈਰਾਨਗੀ ਦੀ ਗੱਲ ਨਹੀਂ ਵੀ ਇੰਨੀ ਬਾਣੀ ਹੋਵੇ ਔਰ ਇੱਕ ਤੁਕ ਬਣਾ ਕਹੇ ਵੀ ਤੁਸੀਂ ਪਾਠ ਕਰੋ, ਔਰ ਸਾਡੇ ਲਈ ਐਡਾ ਜ਼ਰੂਰੀ ਬਣਾਤਾ ਹੈ। ਗਲਤ ਨਹੀਂ ਬਣਾਇਆ। ਜੋ ਪੰਜ ਪਿਆਰੇ ਨਹੀਂ ਕਹਿਣਾ ਚਾਹੀਦਾ, ਪੰਜ ਸਿੱਖ ਨੇ। ਪੰਜ ਪਿਆਰੇ ਸੀ। ਪੰਜਾਂ ਸਿੱਖਾਂ ਨਾਲ ਜੋ ਚੀਜ਼ ਕਹਿ ਦੇਣ ਮੁਬਾਰਕ ਹੈ, ਅਸੀਂ ਕਰਨੀ ਹੈ, ਪਰ ਗ੍ਰੇਡਿੰਗ ਕਰਨੀ ਹੈ ਵੀ ਕਿਹੜਾ ਵਧੀਆ ਕੰਮ ਹੈ। ਬਾਣੀ ਕਹਿੰਦੀ ਜਿਹੜਾ ਨਾਲ ਜਾਣਾ ਹੈ, ਦੂਸਰਾ ਕੰਮ ਰੀਇਨਫੋਰਸ ਕਰਦਾ ਹੈ। ਜਿਹੜੀ ਨਿਤਨੇਮ ਦੀ ਬਾਣੀ ਹੈ ਸਾਰੀ ਸਾਨੂੰ ਨਾਮ ਜਪਾਉਂਦੀ ਹੈ, ਸਭ ਲਵਾਉਂਦੀ ਹੈ। ਜਿਹੜਾ ਇੱਕ ਨੰਬਰ ਦਾ ਕੰਮ ਹੈ, ਜਿਹੜਾ ਨਾਲ ਜਾਣਾ, ਜਿਹੜੇ ਪਹਿਲੇ ਯੁੱਗਾਂ 'ਚ ਕਰਦੇ ਆ ਰਹੇ ਨੇ ਭਗਤੀ, ਸਿਰਫ ਨਾਮ ਜਪਣਾ ਹੈ। ਅਸੀਂ ਇੱਕੋ ਲਾਈਨ ਦਾਂਗੇ ਪਿਛਲੀ ਵੀ ਰਾਮ ਜਪੋ, ਜੁਗ ਜੁਗ ਭਗਤੀ ਆਖ ਵਖਾਣੀ। ਨਾਮ ਨੂੰ ਆਖ ਕੇ ਭਗਤੀ ਕਰਦੇ ਸੀ। ਬਾਕੀ ਮੁਕਾਬਲੇ 'ਚ ਰਿਲੇਟਿਵ ਬਾਕੀ ਕੀ ਹੋ ਰਿਹਾ ਸੀ, ਗਾਂ ਸਾਰਾ ਕਰਮਕਾਂਡ ਹੋ ਰਿਹਾ ਸੀ, ਪਾਠ ਹੋ ਰਿਹਾ ਸੀ, ਪੂਜਾ ਹੋ ਰਹੀ ਸੀ, ਕਈ ਕਿਸਮ ਦੀਆਂ ਰੱਬ ਨੇ ਮਿਲਣ ਦੇ ਰਾਹ ਦੇ ਉੱਤੇ ਉਹ ਕਈ ਕੰਮ ਕਰਦੇ ਸੀ, ਸਾਰੇ ਫੁੱਲਾਂ ਨਾਲ ਸਾਰਾ ਕੁਝ। ਜੋ ਉਹ ਜਿਹੜਾ ਸਿੱਖੀ 'ਚ ਸਭ ਤੋਂ ਜ਼ਿਆਦਾ ਹੋ ਰਿਹਾ, ਨਹਾਈ ਜਾ ਰਹੇ ਨੇ, ਪਾਠ ਹੀ ਕਰੀ ਜਾ ਰਹੇ ਨੇ। ਅਸੀਂ ਇੱਕ ਲਾਈਨ ਲੈਂਦੇ ਹਾਂ ਸੁਖਮਨੀ ਸਾਹਿਬ ਦੇ ਪਾਠ 'ਚ, ਸਾਰਿਆਂ ਨਾਲ ਲਿਖ ਕੇ ਸੋਨੇ ਦੇ ਪੱਤਰਿਆਂ 'ਤੇ ਲਾਏ ਆ ਵੀ ਸੁਖਮਨੀ ਸਾਹਿਬ ਦਾ ਇੱਕ ਪਾਠ ਰੋਜ਼ ਦਾ ਕਰ ਲਈਏ ਤੇ ਦਿਹਾੜੀ 'ਚ ਇੰਨੇ ਸਵਾਸ ਆਉਂਦੇ ਹੈ, ਉਹ ਲੇਖੇ ਪੈ ਜਾਂਦਾ ਸਾਰੇ ਸਵਾਸ। ਅਸੀਂ ਕਹਿੰਦੇ ਕਦੇ ਬਾਣੀ 'ਚ ਚੀਜ਼ ਲਿਖੀ ਹੈ ਵੀ ਇੱਕ ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਤੁਹਾਡੇ ਸਾਰੇ ਸਵਾਸ ਲੇਖੇ ਲੱਗ ਜਾਣਗੇ। ਅਸੀਂ ਕਹਿੰਦੇ ਫਿਰ ਆਹ ਤੋਂ ਕਿੱਥੋਂ ਲੈ ਜਾਓਗੇ ਜੋ ਬਾਣੀ ਦੀ ਕਹਿੰਦੀ ਹੈ, ਜੋ ਸਾਸ ਜਾਏ ਨਾਮੇ ਬਿਨ ਸੋ ਬਿਰਥਾ ਸਾਸ ਬੇਕਾਰੇ। ਜਿਹੜਾ ਸਾਹ ਵੀ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਹੈ, ਜੋ ਸਾਸ ਜਾਏ ਨਾਮੇ ਬਿਨ ਸੋ ਬਿਰਥਾ। ਜਿਸ ਸਾਹ ਦੇ ਉੱਤੇ ਵੀ ਅਸੀਂ ਵਾਹਿਗੁਰੂ ਮੰਤਰ ਜਾਂ ਜਿਹੜਾ ਅਸੀਂ ਜਪਦੇ ਹਾਂ ਆਪਣੇ ਗੁਰੂ ਦਾ ਨਾਮ, ਪਰਮੇਸ਼ਰ ਦਾ ਨਾਮ, ਉਹ ਜਿਸ ਸਾਹ ਦੇ ਨਾਲ ਕਹਿਤਾ ਉਹ ਠੱਪਾ ਆਮ ਚਿੱਟਾ ਕਾਗਜ਼ ਹੈ, ਆਮ ਸਵਾਸ ਬੇਕਾਰ ਜਾ ਰਹੇ ਨੇ, ਉਹਦੀ ਕੀਮਤ ਨਹੀਂ ਗਾਂਹ ਜਾਣੀ, ਨਾ ਉਹ ਨਾਲ ਜਾਣਾ ਜਿਹੜਾ ਇਹਨਾਂ ਸਵਾਸਾਂ ਨਾਲ ਅਸੀਂ ਬਾਕੀ ਚੀਜ਼ ਕਰਦੇ ਹਾਂ। ਜਿਹੜਾ ਸਵਾਸ ਦੇ ਉੱਤੇ ਵਾਹਿਗੁਰੂ ਜਾਂ ਪਰਮੇਸ਼ਰ ਦਾ ਨਾਮ ਕਹਿ ਕੇ ਅੰਦਰ ਘੱਲ ਦਿੱਤਾ ਔਰ ਬਾਹਰ ਕੱਢਿਆ, ਉਹ ਡਾਲਰ, ਉਹ ਰੁਪਏ, ਉਹ ਐਸਾ ਕੀਮਤੀ ਸਵਾਸ ਬਣ ਜਾਂਦਾ ਜਿਹਦੀ ਅਗਲੇ ਬੈਂਕ 'ਚ ਜਾ ਕੇ ਆਨਰ ਹੁੰਦਾ, ਇੱਥੇ ਨਹੀਂ ਉਹ ਤੁਹਾਨੂੰ ਪਤਾ ਲੱਗਣਾ। ਸੋ ਇਸੇ ਕਰਕੇ ਲਾਈਨ ਆ ਰਹੀ ਹੈ ਵੀ ਪਾਠ ਸੈਕੰਡ ਚੀਜ਼ 'ਤੇ ਰੱਖੋ। ਜੋ ਅਸੀਂ ਬਾਣੀ ਪੜ੍ਹ ਰਹੇ ਹਾਂ ਦੂਸਰੇ ਦਰਜੇ 'ਤੇ ਰੱਖੋ। ਪਹਿਲੇ ਦਰਜੇ 'ਤੇ ਇਹ ਹੈ ਸੋ ਐਸਾ ਹਰੇ ਨਾਮ ਜਪੀਏ ਮਨ ਮੇ ਜੋ ਅੰਤੀ ਔਸਰੇ ਲੈ ਛੜਾਏ। ਸੁਖਮਨੀ ਸਾਹਿਬ ਦੇ ਪਾਠ 'ਚ ਹੀ ਲਿਖਿਆ ਭਾਈ ਆਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਪਾਠ 'ਚ ਹੀ ਹੁਣ ਉਹ ਅੱਗੇ ਅਸੀਂ ਕਈਆਂ ਨੂੰ ਪਿਆਰ ਨਾਲ ਸਮਝਾਓ, ਕਹਿੰਦੇ ਜੀ ਇਹ ਸਾਰਾ ਪਾਠ ਕਰਨਾ ਭਜਨ ਨਹੀਂ ਹੈ, ਭਗਤੀ ਨਹੀਂ ਹੈ, ਅਸੀਂ ਕਿਹੜੇ ਮਾੜੇ ਕੰਮ ਲੱਗੇ। ਗੱਲ ਉਹਨਾਂ ਦੀ ਵੀ ਸੱਚੀ ਹੈ। ਉਹਨਾਂ ਨੂੰ ਬਾਣੀ ਦੇ ਗਿਆਨ ਦਾ ਨਹੀਂ ਪਤਾ ਵੀ ਜੋ ਪਾਠ ਕਹਿੰਦਾ ਹੈ ਉਹ ਸੱਚੋ ਹੀ ਸੱਚ ਚੀਜ਼ ਹੈ। ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ, ਗੁਰਬਾਣੀ ਬਣੀਏ।
ਸਾਨੂੰ ਉੱਦਾਂ ਦਾ ਜੀਵਨ ਢਾਲਣਾ ਪੈਣਾ। ਜੋ ਸਾਸ ਸਾਸ ਜਾਏ ਨਾਮੇ ਬਿਨ ਸੋ ਬਿਰਥਾ ਸਾਸ ਬਿਕਾਰੇ। ਜੋ ਤੁਸੀਂ ਸੁਖਮਨੀ ਸਾਹਿਬ ਦੇ ਬਾਬਤ ਇਹ ਸਾਰੀ ਚੀਜ਼ ਲਿਖ ਰਹੇ ਹੋ, ਕਦੀ ਧਿਆਨ ਨਾਲ ਸੁਖਮਨੀ ਸਾਹਿਬ ਹੌਲੀ ਹੌਲੀ ਪੜ੍ਹੋ। ਹਰ ਤੁਕ ਦੇ ਵਿੱਚ ਜਪਣ ਦਾ, ਹਰ ਪੈਰਾਗ੍ਰਾਫ ਦੇ ਅਸ਼ਟਪਦੀ ਦੇ ਵਿੱਚ ਜਪਣ ਦਾ ਹੁਕਮ ਹੋਏਗਾ। ਇਹ ਨਾਮ ਜਪਣਾ ਨਹੀਂ ਹੈ ਪਾਠ ਕਰਨਾ। ਇਸੇ ਭੁਲੇਖੇ 'ਚ ਸਾਰੇ ਜਿਹੜੇ ਪਾਠ ਕਰਵਾ ਰਹੇ ਉਹਨਾਂ ਨੂੰ ਆਪ ਨਹੀਂ ਪਤਾ ਭਈ ਜਿਹੜਾ ਪਾਠ ਹੈ, ਇੱਕ ਵੀ ਤੁਕ ਸਾਰੀ ਗੁਰਬਾਣੀ ਦੇ ਵਿੱਚ ਪਾਠ ਕਰਨ ਦੀ ਰਿਕਮੈਂਡ ਨਹੀਂ, ਕਿਉਂਕਿ ਉਹ ਮਰਨ ਤੋਂ ਬਾਅਦ ਨਾਲ ਨਹੀਂ ਜਾਣਾ ਪਾਠ। ਭਾਵੇਂ ਖੰਡ ਪਾਠ ਹੋਵੇ, ਭਾਵੇਂ ਕਈ ਕਿਸਮ ਦੇ ਪਾਠ ਚੱਲੇ ਆ, ਭਾਵੇਂ ਜਿੰਨੇ ਮਰਜ਼ੀ ਪਾਠ ਕਰ ਲਓ, ਪਾਠ ਨਹੀਂ ਨਾਲ ਜਾਣਾ। ਪਰ ਜੋ ਪਾਠ 'ਚ ਕੰਮ ਦੱਸੇ ਆ ਉਹ ਨਾਮ ਜਪਣਾ ਨਾਲ ਜਾਣਾ ਹੈ। इस जग में लाहा हर नाम है भाई, नामों नाले चले। इसे पाठ भी लिख सकते सी, किते एक तुक पाठ नूं रिकमेंड नहीं करती और 23 तुकां पाठ दे अगेंस्ट है। असीं ये नहीं कहने करना नहीं, हर एक नूं करना पैना है। पहला किसी नूं पता नहीं है हली। 5 सिख 5 मैं प्यारे कदी नहीं कहना ਹੁੰਦਾ। 5 सिख ने अजकल वो जो कहते ने ठीक गल कहते ने, पर आप भी तो असीं कोई देखना जिहड़ी बाणी पढ़ते हैं रोज़, पीर जी नाम जपना क्यों इन्ना जरूरी दसिया। असीं कहने जिहड़े तुसीं ये सवाल लिआउंदे हो साडे तक, ये भी सवाल लिआओ जी, इन्ना बाणी च नाम जपना क्यों जरूरी लिखे। ये गां आउणगे सवाल साडे कोल, पर पहला सवाल वैलकम है। पाठ ਨੂੰ ਜਿੰਨ ਚਿਰ ਕਲੀਅਰ ਨਾ ਕੀਤਾ ਵੀ ਕੰਮ ਕਿਹੜਾ ਕਰਨ ਵਾਲਾ ਹੈ, ਇਹ ਭਜਨ ਨਹੀਂ ਹੈ। ਸਾਡਾ ਭਜਨ ਹੈ ਭਜ ਮਨ ਮੇਰੇ ਏਕੋ ਨਾਮ। ਇੱਕੋ ਨਾਮ ਜਪੇ, ਤੇਰੇ ਜੀ ਦੇ ਕੰਮ ਆਏਗਾ ਜਦੋਂ ਗਾਂ ਜਾਏਗਾ। ਜੀਆ ਤੇਰੇ ਕੇ ਆਵੇ ਕਾਮ। ਭਾਵੇਂ ਸੁਖਮਨੀ ਸਾਹਿਬ ਦੀ ਜਿੰਨੇ ਮਰਜ਼ੀ ਪਾਠ ਕਰ ਲਓ, ਪਰ ਜਦੋਂ ਆ ਥੋੜ੍ਹਾ ਜਿਹਾ ਐਂਗਲ ਬਦਲੋਗੇ ਨਾ ਵੀ ਪਾਠ ਹਾਂ ਯਾਰ ਇਹ 'ਚ ਹਰ ਇੱਕ ਥਾਂ ਨਾਮ ਜਪਣਾ ਲਿਖੇ। ਇਸ ਕਰਕੇ ਸਵਾਸ ਲੇਖੇ ਨਹੀਂ ਪੈਂਦੇ। ਮੈਂ ਥੋੜ੍ਹੀ ਜਿਹੀ ਸੱਚੀ ਗੱਲ ਕਹਿਦਾ, ਸਾਰੀ ਕੌਮ ਨੂੰ ਚੁਭੇਗੀ, ਲੇਕਿਨ ਉਹ ਬਾਣੀ 'ਚ ਸੱਚ ਕਹਿ ਰਹੀ ਹੈ ਵੀ ਉਹ ਤੇ ਸਾਰਿਆਂ ਸਵਾਸਾਂ ਦਾ ਭੱਠਾ ਬੈਠ ਗਿਆ ਸਾਰਾ ਦਿਨ। ਲਿਖੇ ਕੀ ਪੈਣੇ? ਨਾਮ ਤੇ ਜਪਿਆ ਨਾ, ਉਹ ਸਾਰੀ ਜਿੰਨੀ ਐਨਰਜੀ, ਜਿੰਨੀ ਸਾਡਾ ਗ੍ਰਸਤੀ ਕੋਲ ਅੱਗੇ ਹੀ ਟਾਈਮ ਘੱਟ ਹੁੰਦਾ ਔਰ ਦਿਨ ਬ ਦਿਨ ਨਿਤਨੇਮ ਵੱਧਦਾ ਜਾ ਰਿਹਾ। ਮੇਰੇ ਕੋਲ ਪੋਥੀਆਂ ਲੋਹੇ ਦੇ ਛਾਪੇ ਦੀਆਂ ਛਪੀਆਂ, ਲਾਹੌਰ ਦੇ ਦੀਆਂ, ਜਿਹੜੀ ਗੁਰੂ ਗ੍ਰੰਥ ਆਦੀਆਂ ਸੈਂਚੀਆਂ ਪਾਰਟਸ ਨੇ। ਮੈਂ ਹੈਰਾਨ ਰਹਿ ਗਿਆ। ਮੈਂ ਪੋਥੀ ਸਾਂਭ ਕੇ ਰੱਖੀ ਹੈ, ਲੋਹੇ ਦੇ ਛਾਪੇ ਦੀ ਪੋਥੀ ਆ। ਹੁਣੇ ਜੇ ਪਿਛਲੇ ਸਾਲਾਂ 'ਚ ਆ ਜੇ ਪਾਕਿਸਤਾਨ ਬਣਨ ਵੇਲੇ ਥੋੜ੍ਹੇ ਜਿਹੇ ਉੱਥੋਂ ਪਹਿਲਾਂ ਸਫਾ ਦੀ ਉਹ ਸਾਡੇ ਕੋਲ ਪੋਥੀ ਹੈ ਮੌਜੂਦ ਪਈ ਦਿੱਲੀ। ਉਹਦੇ 'ਚ ਨਿਤਨੇਮ ਦਾ, ਨਿਤਨੇਮ ਕਿੱਥੇ ਪਾਇਆ ਹੈ? ਸ੍ਰੀ ਰਾਗ ਤੋਂ ਪਹਿਲਾਂ ਅਤੇ ਜਪਤ ਬਾਣੀ ਤੋਂ ਬਾਅਦ, ਜਿਹੜਾ ਵਿਚਲਾ ਥਾਂ ਸੀ। ਬਾਕੀ ਤਾਂ ਸ੍ਰੀ ਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੋ ਜਾਂਦੇ। ਉਹ ਖਾਲੀ ਥਾਂ ਸੀ, ਉਹਨਾਂ ਦੇ ਵਿੱਚ ਪੱਤਰੇ ਪਾਤੇ। ਔਰ ਉਹਦੇ 'ਚ ਹੈਰਾਨਗੀ ਦੀ ਗੱਲ ਆ, ਮੈਂ ਕੌਮ ਤੱਕ ਪਹੁੰਚਾ ਰਿਹਾ। ਉਹਦੇ 'ਚ ਇੱਕੋ ਹੀ ਸ਼ਬਦ ਹੈ ਬਾਬੇ ਨਾਨਕ ਦਾ, ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ। ਇੱਕੋ ਹੀ ਸ਼ਬਦ। ਇਹ ਫਿਰ ਦਿਨ ਬ ਦਿਨ ਵੱਧਦਾ ਗਿਆ। ਹਰ ਸੰਪਰਦਾ ਨਾਲ, ਹਰ ਪ੍ਰਸਾਰਾਂ। ਲੈ ਜੀ, ਇਹ ਪਹਿਲਾਂ ਬਾਟੇ ਦੇ ਉੱਤੇ ਸਿਰਫ ਆਨੰਦ ਸਾਹਿਬ 5-6 ਪੌੜੀਆਂ ਪੜ੍ਹੀਆਂ ਜਾਂਦੀਆਂ ਸੀ ਪਹਿਲੀਆਂ, ਜਿਹੜੀਆਂ ਭੋਗ ਵੇਲੇ ਪੜ੍ਹਦੇ ਆ। ਆਹ ਹੁਣੇ ਜੇ ਮੇਰੇ ਦੇਖਦੇ ਦੇਖਦੇ ਇਹਨਾਂ ਨੇ ਕਹਿਣਾ ਨਹੀਂ ਜੀ ਪੂਰਾ ਆਨੰਦ ਸਾਹਿਬ ਪੜ੍ਹੋ। ਅੰਮ੍ਰਿਤ 'ਚ ਇਹ ਬਾਣੀ 'ਚ ਸ਼ਕਤੀ ਹੈ, ਬਾਣੀ ਦਾ ਅਸਰ ਪੈਂਦਾ ਹੈ। ਅਸੀਂ ਸਾਫ਼ ਕਹਿੰਦੇ ਹਾਂ ਵੀ ਬਾਣੀ 'ਚ ਪਾਰਸ ਕਲਾ ਨਹੀਂ ਹੈ। ਜੇ ਕੋਈ ਕਿਤਾਬਾਂ 'ਚ ਲਿਖ ਗਿਆ ਵੱਡਾ ਸਾਡਾ ਧਨੰਤਰ ਰਹਿਬਰ ਜਾਂ ਅੱਗੇ ਜਿਹਦੇ ਪਿੱਛੇ ਅਸੀਂ ਲੱਗੇ ਹਾਂ ਵੀ ਬਾਣੀ 'ਚ ਪਾਰਸ ਕਲਾ ਹੈ, ਇਹ ਨਾਮ 'ਚ ਕਿਹੜੀ ਕਲਾ ਹੋਈ ਫਿਰ? ਬਾਣੀ 'ਚ ਪਾਰਸ ਕਲਾ ਨਹੀਂ ਹੈ, ਨਾਮ 'ਚ ਪਾਰਸ ਕਲਾ ਹੈ। ਬਾਣੀ 'ਚ ਕੀ ਹੈ ਕਲਾ? ज्ञान कला है। जैसे में आवे खसम की बाणी करी ज्ञान वे ला लो। ये ज्ञान देगी तुहानू नाम जपण दा। इस करके पारस कला ऐस तू सारा कोई लिख गया किताब
ਸਾਰਿਆਂ ਨੇ ਗਾਂ ਮੱਖੀ ਤੇ ਮੱਖੀ ਮਾਰੀ ਜਾਂਦੀ ਜੀ। ਪਾਠਾਂ ਪਾਣੀ ਪੜ੍ਹਨ ਪਾਰਸ ਕਲਾ ਹੈ, ਰਸਾਇਣੀ ਹੈ, ਪਾਰਸ ਰਸਾਇਣੀ। ਉਹ ਪਾਰਸ ਰਸਾਇਣੀ ਤੇ ਨਾਮ ਰਸਾਇਣਾ ਕਿੱਥੇ ਗਿਆ? ਇਸ ਕਰਕੇ ਪਾਰਸ ਕਲਾ ਨਹੀਂ ਹੈ, ਉਹਦੇ 'ਚ ਗਿਆਨ ਕਲਾ ਹੈ। ਭੋਲੇ ਭਾਅ ਸਾਰੇ ਜਿਹੜੇ ਕੰਮ ਸਾਥੋਂ ਕਰਾ ਰਹੇ ਆ ਉਹ ਵੀ ਵਿਚਾਰੇ ਭੋਲੇ ਭਾਲੇ ਹੀ ਆ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਬਾਣੀ ਕੀ ਕਹਿੰਦੀ ਹੈ। ਅਸੀਂ ਇਸ ਕਰਕੇ ਤਾਂ ਵੈਲਕਮ ਇਹ ਸਵਾਲ ਕਰ ਰਹੇ ਹਾਂ। ਜਿੰਨੇ ਸਵਾਲ ਉੱਠਣਗੇ ਸਾਡੇ ਸਿੱਖ ਕੌਮ ਦੇ ਭਲੇ ਲਈ ਹੈ। ਅਸੀਂ ਕੋਈ ਲਾਹੇ ਦਾ ਕੰਮ ਕਰਾਂਗੇ ਜਿਹੜਾ ਮਰਨ ਵੇਲੇ ਸਾਡੇ ਨਾਲ ਹੋਣਾ। ਇਸ ਕਰਕੇ ਪਾਰਸ ਕਲਾ ਨਹੀਂ, ਇਹਦੇ 'ਚ ਗਿਆਨ ਕਲਾ ਫੜਨੀ ਹੈ। ਸਾਡਾ ਜਿਹੜਾ ਲਾਹੇ ਦਾ ਕੰਮ ਆ ਉਹ ਕੀ ਹੈ? ਗੁਰੂ ਰਾਮਦਾਸ ਸਾਹਿਬ ਹੁਣ ਭਗਤੀ ਸਭ ਕੁਝ ਸਾਫ਼ ਕਰਨਗੇ ਵੀ ਸਾਡੀ ਭਗਤੀ ਹੋਰ ਕੁਛ ਨਹੀਂ ਹੈ। ਸਾਡੀ ਭਗਤੀ ਹੈ ਨਾਮ ਜਪਣਾ, ਸਿਰਫ ਉਹ ਵੀ ਰਿਪੀਟ ਕਰ ਕਰਕੇ ਪਰਮੇਸ਼ਰ ਦਾ ਨਾਮ। ਉਹ ਕਹਿੰਦੇ ਕਲਯੁਗ ਕਾ ਧਰਮ ਸੁਣ ਕਹੋ ਮੇਰੇ ਭਾਈ, ਕਿਵ ਛੂਟੇ ਹਮ ਛੁਟਕਾ ਕੀ। ਕਲਯੁਗ ਕਾ ਧਰਮ ਕਹੋ ਤੁਮ ਭਾਈ, ਪਹਿਲਾ ਸ਼ਬਦ ਸ਼ੁਰੂ ਹੁੰਦਾ ਕਿਵ ਛੂਟੇ ਹਮ ਛੁਟਕਾਰ ਕਾਕੀ। ਅਸੀਂ ਸਾਡਾ ਕਿੱਦਾਂ ਛੁਟਕਾਰਾ ਹੋਏ? ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟੇ ਹਮ ਛੁਟਕਾ ਕੀ। ਅੱਗੇ ਆਉਂਦਾ ਹਰ ਹਰ ਜਪ, ਆ ਛੁਟਕਾਰਾ ਇਹਦਾ ਨਾ ਹੋਣਾ। ਕਲਯੁਗ ਕਾ ਧਰਮ ਕਹੋ ਤੁਮ ਭਾਈ, ਪਿੱਛੇ ਕਰਮ ਕਾਂਡਾਂ ਦਾ ਸਾਰਾ ਰੌਲਾ ਸੀ। ਕਲਯੁਗ ਦੇ ਵਿੱਚ ਛੁੱਟੇਗਾ ਤੇ ਨਾਮ ਜਪ ਕੇ ਛੁੱਟੇਗਾ। ਕਲਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟੇ ਹਮ ਛੁਟਕਾ ਕੀ। ਹਰ ਹਰ ਜਪ ਬੇੜੀ, ਹਰ ਤੁਲਹਾ, ਹਰ ਹਰ ਜਪਿਓ ਤਰੇ ਤਰਾਕੀ। ਹਰ ਜਪਿਓ ਤਰੇ ਤਰਾਕੀ। ਦਰਿਆ ਪਾਰ ਕਰਨਾ ਹੋਏ ਤੇ ਤਿੰਨ ਚੀਜ਼ਾਂ ਜ਼ਰੂਰੀ ਹੈ। ਇੱਕ ਤੇ ਬੇੜੀ ਹੋਵੇ ਜਿਹਦੇ 'ਚ ਬੈਠ ਕੇ ਪਾਰ ਲੰਘ ਜਾਏ। ਜੇ ਬੇੜੀ ਨਹੀਂ ਹੈ ਤੇ ਤੋੜਾ ਹੋਵੇ। ਤੋੜਾ ਹੁੰਦਾ ਆੜੀਆਂ ਕੌੜੀਆਂ ਅੱਲਾਂ ਲੱਗਦੀਆਂ ਨਾ ਅੱਜ ਕੱਲ੍ਹ, ਉਹਦੇ 'ਚ ਕੌੜੀਆਂ ਅੱਲਾਂ ਵੀ ਹੁੰਦੀਆਂ, ਉਹਨਾਂ ਨੂੰ ਸੁਕਾ ਲੈਂਦੇ। ਔਰ ਸੁੱਕੀਆਂ ਅੱਲਾਂ ਉਹ ਇੱਕ ਕਾਨੇ ਆਲੇ ਦੁਆਲੇ ਲਾ ਕੇ, ਸੁੱਕੀਆਂ ਅੱਲਾਂ ਐਂ ਹੌਲੀਆਂ ਹੁੰਦੀਆਂ, ਆਲੇ ਦੁਆਲੇ ਕਾਨੇ ਲਾ ਕੇ ਉਹਨੂੰ ਤੋਲਾ ਬਣਾ ਲੈਂਦੇ। ਉਹਨੂੰ ਹਿੱਕ ਅੱਗੇ ਰੱਖ ਕੇ ਪਾਣੀ ਦੇ ਵਿੱਚ ਬੰਦਾ ਤਰ ਜਾਂਦਾ, ਜਿੱਦਾਂ ਮੋਟਰ ਟਰੱਕ ਦੀ ਟਿਊਬ ਦਾ ਤਾਰਾ ਲਾ ਕੇ ਤੇ ਤਰ ਜਾਏ ਬੰਦਾ। ਉਹ ਤੁਲਹਾ ਕੌੜੀਆਂ ਅੱਲਾਂ ਦਾ ਬਣਾ ਕੇ ਉਹ ਬਾਣੀ 'ਚ ਤੁਲਹਾ ਲਫਜ਼ ਹੈ। ਇੱਕ ਬੇੜੀ, ਹਰ ਹਰ ਜਪ ਬੇੜੀ, ਹਰ ਤੁਲਹਾ ਵੀ ਇਹੋ ਹੀ ਹੈ ਜਪਣਾ ਹੀ। ਤੀਸਰਾ ਹੁੰਦਾ ਜੇ ਕੋਈ ਚੀਜ਼ ਨਾ ਹੋਏ ਤਾਂ ਤੂੰ ਬਾਹਾਂ ਹੀ ਪੈ ਜਾ ਦਰਿਆ ਬਾਈ, ਫਿਰ ਬਾਹਾਂ ਨਾ ਤਰ ਲਈਦਾ। ਉਹ ਤਰੇ ਤਰਾਕੀ ਕਹਿੰਦਾ ਤੂੰ ਜੇ ਬਹਾਨਾ ਵੀ ਤਰਨਾ ਹੈ, ਜੇ ਤੂੰ ਤੁਲਾ ਵੀ ਲੈਣਾ ਹੈ, ਜੇ ਤੂੰ ਬੇੜੀ ਵੀ ਲੈਣੀ ਹੈ, ਹਰ ਹਰ ਜਾਪੇ ਸਭ ਕੰਮ ਕਰ ਦੇਗਾ। ਪੜ੍ਹਦੇ ਹੈ ਉਹਨੂੰ ਸਮਝਦੇ ਕਦੇ ਨਹੀਂ। ਆ ਇੱਕ ਹੁਣ ਬਾਬੇ ਦਾ ਸਰੋਗ ਸਾਂ ਪੜ੍ਹ ਪੜ੍ਹ ਗੱਡੀ ਲੱਦੇ ਹੈ, ਪੜ੍ਹ ਪੜ੍ਹ ਗੱਡੀਆਂ ਤੂੰ ਹੋਰ ਡੂੰਘੇ ਟੋਏ ਚਤਰਾਈ ਦੇ 'ਚ ਪੈ ਜਾਣਾ ਜਿੱਥੋਂ ਤੂੰ ਨਿਕਲ ਨਹੀਂ ਸਕੇਂਗਾ ਇਸ ਸਵਾਦ ਤੋਂ। ਇਹ ਬਹਿਸ ਮਮਾਸੇ ਦਾ ਵੀ ਇੱਕ ਐਸਾ ਸਵਾਦ ਆ, ਮੈਂ ਉਹ ਲਫਜ਼ਾਨ ਸਿਵਲਾਈਜ਼ ਕਹਿਣ ਲੱਗਾ, ਇਹ ਕੁੱਤੇ ਦੀ ਹੱਡੀ ਦਾ ਸਵਾਦ ਹੈ, ਜਿੱਦਾਂ ਚੂਸਣ ਨੂੰ ਨਹੀਂ ਹਟਦਾ ਸਾਰਾ। ਇਹ ਬਹਿਸ ਵਾਸਤੇ ਸਾਰਾ ਇਹਦੇ ਨਾਲ ਕਰਨਾ। ਬਾਬਾ ਨਾਨਕ ਕਹਿੰਦਾ ਖੋਜੀ ਉਪਜੇ ਬਾਦੀ ਬਿਨਸੇ, ਖੋਜ ਕਰੋ ਪਰ ਬਾਤ ਬਬਾਦ ਨਾ ਕਰੋ। ਤੇ ਪਰ ਗੱਡੀ ਲੱਦੀ ਹੈ ਕਦੀ ਕਿਸੇ ਨੇ ਆਸਾ ਦੀ ਵਾਰ ਆਹ ਰੋਜ਼ ਇੰਨੀ ਲੱਗ ਰਹੀ ਹੈ, ਜਿਹੜੇ ਲਾ ਰਹੇ ਆ ਉਹਨਾਂ ਨੂੰ ਵੀ ਨਹੀਂ ਭੋਲੇ ਭਾਲੇ ਪਿਆਰਿਆਂ ਨੂੰ ਪਤਾ ਵੀ ਇਹ ਕਹਿ ਕੀ ਰਹੀ ਹੈ। ਆਹ ਵਾ ਪੜ੍ਹਾਈ ਦਾ ਨੁਕਸਾਨ। ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀਏ ਸਾਥ ਨਾਲ ਗ੍ਰੰਥ ਲੱਦੇ ਆ। ਸੂਰਜ ਪ੍ਰਕਾਸ਼ ਦੀਆਂ ਜਿਹੜੀਆਂ ਕਹਾਣੀਆਂ, ਇਹਦੇ ਜਿਹੜੇ ਪਹਿਲੇ ਗ੍ਰੰਥ ਉਹ ਕਵੀ ਨੇ ਲਿਖੇ ਆ ਸੰਤੋਖ ਸੈਨਾ, ਉਹਦਾ ਗੱਡਾ ਜਾਂਦਾ ਸੀ ਹੱਥ ਲਿਖਤ ਐਡੇ ਗ੍ਰੰਥ ਹੋਏ। ਇੱਕੋ ਕਵੀ ਦਾ ਦਿਮਾਗ ਚੱਲ ਰਿਹਾ ਔਰ ਸਾਰੀਆਂ ਕਹਾਣੀਆਂ ਬਾਜੀਆਂ। ਇਸ ਕਰਕੇ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀਏ ਸਾਥ। ਪੜ੍ਹ ਇਹ ਤਾਂ ਤੂੰ ਆਪਣੀ ਬੇੜੀ ਪਾ ਲਈ। ਪੜ੍ਹ ਬੇੜੀ ਨਹੀਂ ਪਾਈ ਹੈ ਵੀ ਬੇੜੀਆਂ ਲੱਦੀਆਂ। ਉਹ ਬੇੜੀ ਉਹ ਹੁੰਦੀ ਹੈ ਜਿਹੜਾ ਕੋਠੇ ਲੱਗਾ, ਜਿਹਨੂੰ ਫਾਹੇ ਲਾਉਣਾ ਹੁੰਦਾ ਨਾ ਮੁਜਰਮ ਨੂੰ, ਉਹਨੂੰ ਪਹਿਲਾਂ ਕੋਠੇ 'ਚ ਬੰਦ ਕਰਦੇ, ਉਹ ਕੋਠੀ ਲੱਗ ਜਾਂਦਾ। ਉਹਨੂੰ ਜਦੋਂ ਅਦਾਲਤ 'ਚ ਪੇਸ਼ ਕਰਨਾ ਹੋਏ ਨਾ, ਉਹਦੇ ਦੋਨਾਂ ਗਿੱਟਿਆਂ ਦੇ ਆਲੇ ਦੁਆਲੇ 2 ਰਿੰਗ ਲੋਹੇ ਦੇ ਹੈਂ, ਉਹਨਾਂ ਨੂੰ ਜੋੜ ਕੇ ਇੱਕ ਸੰਗਲੀ, ਉਹ ਸੰਗਲੀ 'ਚ ਇੱਕ ਹੋਰ ਸੀਖ, ਇੱਕ ਗਲ ਦੇ ਵਿੱਚ ਕੜਾ, ਔਰ ਉਹ ਸੀਖ ਹੈ ਉਹ ਫਿਰ ਐਂ ਬੇੜੀਆਂ ਪਾਈਆਂ ਨਾ, ਉਹਨੂੰ ਅਦਾਲਤ 'ਚ ਪੇਸ਼ ਕਰਦੇ। ਇੱਦਾਂ ਕਹਿੰਦੇ ਤੂੰ ਤੇ ਪੜ੍ਹਾਈ ਦੀਆਂ ਬੇੜੀਆਂ ਪਾ ਲਈਆਂ। ਦੇਖ
ਕਿੱਡਾ ਬਾਬੇ ਨਾਨਕ ਦਾ ਗਿਆਨ ਹੈ। ਪੜ੍ਹ ਔਰ ਉਹੀ ਕੰਮ ਕਰ ਰਹੇ ਹਾਂ ਅਸੀਂ ਰੋਜ਼ ਆਸਾ ਦੀ ਵਾਰ। ਕਹਿੰਦੇ ਜੀ ਆਸਾ ਦੀ ਵਾਰ ਸੁਣਨਾ ਤੁਹਾਡੀਆਂ ਆਸਾਂ ਪੂਰੀਆਂ ਹੁੰਦੀਆਂ, ਤੁਹਾਡੀਆਂ ਹੁੰਦੀਆਂ ਹੋਣਗੀਆਂ ਕਥਾਕਾਰ ਰਾਗੀਆਂ ਦੀਆਂ ਜਾਂ ਗ੍ਰਸਤੀ ਦੇ ਪੱਲੇ ਕੀ ਪਿਆ। ਰੋਜ਼ ਆਸਾ ਦੀ ਵਾਰ ਸੁਣਨਾ ਆਸਾ ਦੀ ਵਾਰ ਨਹੀਂ ਹੈ, ਨਿਰੀ ਵਾਰ ਹੈ। ਪਹਿਲੇ ਔਰ ਦੂਜੇ ਮਹੱਲੇ ਦੀ ਉੱਤੇ ਹੈਡਿੰਗ ਹੈ ਆਸਾ ਰਾਗ ਦੀ ਪੋਥੀ ਦੇ ਵਿੱਚ ਪਾਤੀ ਹੈ। ਪੋਥੀਆਂ ਹੁੰਦੀਆਂ ਸੀ ਵੀ ਇੱਕੋ ਜਿਹਾ ਵੋਲੀਅਮ ਰੱਖਣਾ। ਇਹ ਵਾਰਾਂ ਤੁਹਾਡੀਆਂ ਦੀਆਂ, ਇਹ ਪੋਥੀ ਦੀ ਉਸ ਪੋਥੀ ਦੀ ਜੇ ਲੱਭਣਾ ਕਿੱਥੇ ਹੈ ਭਾਈ ਰਾਗ ਆਸਾ ਲੱਭੋ, ਉਹਦੇ ਵਿੱਚ ਵਾਰ ਲਿਖੀ। ਤੋ ਵਾਰ ਹੈ ਪੜ ਗੱਡੀ ਲੱਦੀ ਹੈ, ਪੜ ਭਰੀਏ ਸਾਥ, ਪੜ ਬੇੜੀ ਪਾਈ ਹੈ। ਤੁਸੀਂ ਬੇੜੀ ਪਾ ਲਈ ਚਤਰਾਈ ਦੀ, ਪੜ ਬੇੜੀ ਪਾਈ ਹੈ, ਪੜ ਗੱਡੀਆਂ ਖਾਤ ਹੋਰ ਗਹਿਰੇ ਟੋਏ 'ਚ ਪਈ ਜਾਣਾ ਤੂੰ। ਪੜ ਗੱਡੀਏ ਖਾਤ, ਪੜ ਬੇੜੀ ਪਾਈਏ, ਪੜ ਭਰੀਏ ਸਾਥ, ਪੜ ਬੇੜੀ ਪਾਈਏ, ਪੜ ਗੱਡੀਏ ਖਾਤ, ਪੜੀਏ ਜੇਤੇ ਸਾਲਾਂ ਬੱਧੀ, ਪੜੀਏ ਜੇਤੇ ਮਾਸ ਮਹੀਨੇ ਮਹੀਨੇ। ਚੱਲ ਸਾਲ ਨਾ ਪਏ, ਮਹੀਨਿਆਂ ਬੱਧੀ ਪੜੀ ਚੱਲ ਦੇਖਾ ਤੁਸੀਂ। ਪੜ ਗੱਡੀ ਇੱਦਾਂ ਹੀ ਸੁਖਮਨੀ ਸਾਹਿਬ ਦਾ ਹਾਲ ਕੀਤਾ ਇਹਨਾਂ। ਪੜ ਗੱਡੀ ਲੱਦੀ ਹੈ, ਪੜ ਭਰੀਏ ਸਾਥ, ਪੜ ਬੇੜੀ ਪਾਈ ਹੈ, ਪੜ ਗੱਡੀਆਂ ਖਾਦ, ਪੜੀਏ ਜੇਤੇ ਬਰਸ ਪੜੀਏ ਜੇਤੇ ਮਾਸ। ਆ ਗਿਆ ਹੁਣ ਸਵਾਸਾਂ ਦਾ ਭੱਠਾ ਬੈਠਣ ਲੱਗਾ। ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ ਕਹਿੰਦੇ ਉਮਰ ਨੂੰ, ਔਰ ਪੜੀਏ ਜੇਤੇ ਸਾਸ। ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ। ਆ ਹੁਣ ਬਾਬਾ ਕੋਈ ਪਸ਼ਤੋ 'ਚ ਲਿਖ ਰਿਹਾ ਵੀ ਜਿਹੜੀ ਸਮਝ ਨਹੀਂ ਆਉਂਦੀ, ਜਿਹੜੀ ਪਸ਼ਤੋ ਹੈ ਦਾਗਾ ਚਸਦਾ ਨਮਰ ਸਦਾ ਪਠਾਣਾ ਦੀ ਬੋਲੀ ਪਸ਼ਤੋ 'ਚ ਨਹੀਂ ਹੈ, ਸਾਡੀ ਪੰਜਾਬੀ 'ਚ ਲਿਖ ਰਿਹਾ। ਐਸਾ ਬਾਬੇ ਨੇ ਜ਼ਰਾ ਲਿਸ਼ਕਾ ਕੇ ਕਿਹਾ, ਪਰ ਐਸਾ ਲਫ਼ਜ਼ ਐਸੀ ਡਾਂਗ ਮਾਰੀ ਹੈ ਨਾ ਬਾਬੇ ਨਾਲ, ਕਦੀ ਇਹੋ ਜਿਹੇ ਸਵਾਲ ਉੱਠ ਨਹੀਂ ਸਕਦੇ ਵੀ ਹਾਂ ਜੀ ਤੁਸੀਂ ਕਿਉਂ ਪੜ੍ਹਨ ਨੂੰ ਰੋਕਦੇ ਹੋ। ਬਾਬਾ ਕਹਿੰਦਾ ਪੜ੍ਹੀਏ ਜੇ ਸਾਹ ਨਾਨਕ ਲੇਖੇ ਇੱਕ ਗੱਲ ਹੋਰ, ਹਉਮੈ ਝਾਖਣਾ ਝਾਖ ਲੈ, ਜਿੱਦਾਂ ਮਰਜ਼ੀ ਚਾਹਾਂ ਮਾਰੀ ਚੱਲ। ਗੁਰੂ ਬਾਬਾ ਨਾਨਕ ਸਾਨੂੰ ਤਾਂ ਅਸੀਂ ਤੇ ਸਾਨੂੰ ਤੇ ਕੀ ਪੁੱਛਣਾ, ਕਦੀ ਬਾਬੇ ਨਾਨਕ ਨੂੰ ਪੁੱਛ ਲਿਆ ਕਰੋ। ਤੁਹਾਡੇ ਕੋਲ ਰੋਜ਼ ਸਭ ਕੰਮ ਹੋ ਰਿਹਾ ਵੀ ਇਹੋ ਜਿਹੇ ਸਵਾਲ, ਲੇਕਿਨ ਇਹ ਚੰਗੀ ਚੀਜ਼ ਹੈ, ਸੰਗਤ ਨੂੰ ਪਤਾ ਨਹੀਂ ਹੈ। ਮੈਸੇਜ ਜਾਏਗਾ ਵੀ ਬਾਬਾ ਨਾਨਕ ਆ ਕਹਿੰਦਾ, ਨਾਨਕ ਲੇਖੇ ਇੱਕ ਗੱਲ ਹੋਰ, ਹਉਮੈ ਚੱਖਣਾ ਚਾਖ। ਇਸ ਕਰਕੇ ਜਿਹੜਾ ਪੜ੍ਹਾਈ ਹੈ ਕਿਸੇ ਥਾਂ ਰਿਕਮੈਂਡਡ ਨਹੀਂ ਹੈ, ਪਰ ਇਹਦੇ ਬਗੈਰ ਗੁਜ਼ਾਰਾ ਨਹੀਂ ਹੈ। ਬਾਣੀ ਭਗਤ ਭੰਡਾਰ ਗੁਰਬਾਣੀ ਲਾਲ, ਉਹ 'ਤੇ ਲਿਖਿਆ, ਅਸੀਂ ਇਹਨੂੰ ਗਾਉਣਾ ਵੀ ਹੈ। ਹੋਰ ਤੁਕ ਦਿੰਦੇ ਹਾਂ ਮਹੱਲੇ ਪੰਜਵੇਂ ਦੀ, ਭਗਤ ਭੰਡਾਰ, ਭਗਤੀ ਦਾ ਭੰਡਾਰ ਆ ਸਾਡੇ ਕੋਲ, ਗੁਰਬਾਣੀ ਲਾਲ। ਪਰ ਗਾਵਤ ਸੁਨਤ ਆ ਤੀਸਰਾ ਲਫ਼ਜ਼ ਪਾ ਕੇ ਕਹਿੰਦੇ ਇਹਨੂੰ ਗਾਓ ਸੁਣੋ, ਪਰ ਇਹਦੀ ਕਮਾਈ ਨਾ ਨਿਹਾਲ ਹੋ ਗਏ, ਕਮਾਵਤ ਨਿਹਾਲ। ਕਮਾਵਤ ਇਹ ਨਹੀਂ ਹੈ ਵੀ ਜਿਹੜੀ ਇੰਨਾ ਸਾਰੀ ਰਾਤ ਅਸੀਂ ਵੀ 50 ਸਾਲ ਗਾਈਏ ਬਾਣੀ, ਘੱਟ ਨਹੀਂ, ਆਧੀ ਸਦੀ। ਸਾਨੂੰ ਪਤਾ ਹੀ ਨਹੀਂ ਸੀ। ਹੁਣ ਜਦੋਂ ਦੇ ਸਵਾਲ ਆਉਂਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਵੀ ਅਸੀਂ ਵੀ ਲੰਘੇ ਹਾਂ ਇਸ ਚੀਜ਼ 'ਚੋਂ। ਤੋ 50 ਸਾਲ ਥੋੜ੍ਹੇ ਹੁੰਦੇ, ਲੇਕਿਨ ਇਹ ਸਵਾਲ ਉੱਠ ਰਹੇ ਨੇ ਹੁਣ। ਇਸੇ ਕਰਕੇ ਇਹ ਕ੍ਰਿਟਿਸਿਜ਼ਮ ਇਜ਼ ਦੀ ਹੈਲਦੀ ਪੋਜੀਸ਼ਨ। ਸਾਰੀ ਸੰਗਤ ਤੱਕ ਇਹ ਗੱਲ ਪਹੁੰਚੇਗੀ ਵੀ ਸਾਹ ਕਿਤੇ ਲਿਖਿਆ ਇਹ ਚੀਜ਼ ਜੋ ਕਹਿ ਰਹੇ ਨੇ ਸਾਨੂੰ। ਤੋ ਜਿਹੜਾ ਸਾਸਾਂ ਦਾ ਲੇਖੇ ਪੈਣਾ ਹੈ, ਦੇਖ ਐਸ ਮੈਜਰਿੰਗ ਸਟਿਕ ਨਾਲ ਗੁਰੂ ਬਣਦੇ। ਅਸੀਂ ਸਿੱਧੀ ਜੀ ਗੱਲ ਕਹਿੰਦੇ, ਤੁਸੀਂ ਇਮੈਜਿਨ ਕਰ ਸਕਦੇ ਹੋ, ਕਿਤੇ ਨਿਸ਼ਾਨ ਕਰ ਸਕਦੇ ਹੋ ਹਿਸਟਰੀ ਨਾਲ ਵੀ ਗੁਰੂਆਂ ਨਾਲ ਬਾਜੇ ਵਜਾਏ ਸੀ, ਜਾਇਦਾਂ ਕੀਰਤਨ ਕੀਤਾ, ਜਿਹੜੇ ਕੀਰਤਨੀਆਂ ਕਰੋੜਾਂ ਪਤੀ ਹੋਈ ਜਾਂਦੇ ਹੈ, ਔਰ ਵਿਚਾਰੇ ਬਾਕੀ ਗ੍ਰਸਤੀਆਂ ਦਾ ਸਭ ਕੁਝ ਜੋ ਚੜਾ ਜੋ ਲੈ ਕੇ ਕੋਈ ਪਤਾ ਨਹੀਂ। ਔਰ ਫਿਰ ਇੱਕ ਇੱਕ ਸ਼ਬਦ ਸੁਣਾਉਣ ਦੀ ਅਲੱਗਾ ਫੀਸ ਹੈ। ਕਈ ਵਿਚਾਰੀ ਬੀਵੀ ਕਹਿੰਦੀ ਜੀ ਤੁਸੀਂ ਉਹ ਸ਼ਬਦ ਸੁਣਾਓ ਜਿਹੜਾ ਤੁਸੀਂ ਪੜ੍ਹ ਦਿੰਦੇ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਬੜਾ ਮੂੰਹ ਮਰੋੜ। ਅਤੇ ਉਹ ਅੱਗੇ ਕਹਿੰਦਾ ਉਹਨੇ ਜੀ 25,000 ਲਾਂਗੇ ਅਸੀਂ ਜੀ ਉਹ ਸ਼ਬਦ ਖਾਸ ਪੜ੍ਹਾਉਣਾ, ਕਰ ਲਓ ਗੱਲ। ਇਸ ਕਰਕੇ ਦਿਨ ਬ ਦਿਨ ਰਾਗੀ ਅਮੀਰ ਹੋ ਰਹੇ ਨੇ। ਔਰ ਕਾਤੇ ਰਿਹਾ ਜੇ ਸਿੱਖ, ਮੈਂ ਉਹ ਗੱਲਾਂ ਕਹਿ ਰਿਹਾ, 50 ਸਾਲ ਦਾ 80 ਸਾਲ ਦਾ ਮੇਰਾ ਤਜਰਬਾ। ਸਿੱਖ ਕੌਮ ਦੋਹਾਂ ਹਿੱਸਿਆਂ 'ਚ ਵੰਡੀ ਹੈ। ਬੜੇ ਇੱਕ ਚੜਾਵਾ ਚੜਾਉਣ ਵਾਲੇ, ਇੱਕ ਚੜਾਵਾ ਖਾਣ ਵਾਲੇ, ਹੋਰ ਕੋਈ ਸਿੱਖ ਚਾਹੀ ਨਹੀਂ ਹੈ। ਇਹਨਾਂ ਦੀ ਭਰਮਾਰ ਆ ਸਾਰੇ।
ਚੜਾਵਾ ਚੜਾਉਣ ਵਾਲੇ ਉਹਦੇ ਨੂੰ ਲੈਣ ਵਾਲੇ ਦੋ ਹੀ ਸਿੱਕੇ, ਦੋ ਹੀ ਕੰਮ, ਦੋ ਹੀ ਪਾਰਟ ਰਹਿ ਗਏ, ਦਸੇ ਤੇ ਦੋ ਹੀ ਵੱਡੇ ਹੈ ਨਾ। ਇਸ ਕਰਕੇ ਜਿਹੜਾ ਚੜਾਵਾ ਜਾਂ ਸਾਰਾ ਹੈ ਇਹ ਬਾਣੀ 'ਚ ਵਿਖ ਲਿਖਿਆ, ਇਹਦੇ ਨਾਲ ਪਹਿਲਾਂ ਬੁੱਧ ਖਰਾਬ ਹੁੰਦੀ ਹੈ। ਆਪ ਕਿਰਤ ਕਰੋ, ਬਾਣੀ ਕਦੀ ਵਿਕੀ ਨਹੀਂ ਸੀ ਗੁਰੂ ਕਾਲ ਵੇਲੇ, ਔਰ ਸਭ ਕੁਛ ਮਤਲਬ ਅਸੀਂ ਕਰ ਸਕਦੇ ਹਾਂ, ਲੇਕਿਨ ਇਹ ਰੈਵੋਲੂਸ਼ਨ ਦੀਆਂ ਨਿਸ਼ਾਨੀਆਂ, ਉਹਨਾਂ ਨੂੰ ਇੱਕੋ ਹੀ ਲਫ਼ਜ਼ ਬੜਾ ਵੀ ਇਹ ਬਾਣੀ ਰੈਵੋਲੂਸ਼ਨਰੀ ਗਿਆਨ ਹੈ। ਇਹ ਹਿੰਦੂਆਂ 'ਚ ਇੱਦਾਂ ਹੀ ਚੱਲੇਗਾ, ਸਾਰੀਆਂ ਕੌਮਾਂ 'ਚ ਸਾਰਾ ਕੁਛ ਹੋ ਰਿਹਾ। ਸਾਡੇ ਕਿਸੇ ਗੁਰੂ ਨਾਲ ਬਾਜਾ ਨਹੀਂ ਵਜਾਇਆ, ਸਾਡੇ ਗੁਰੂਆਂ ਨਾਲ ਭਗਤੀ ਕੀਤੀ, ਨਾਮ ਦੇ ਲੈਵਲ ਲੈ ਤਾਂ ਤੱਕ ਭਗਤੀਆਂ ਕੀਤੀਆਂ। ਕਦੀ ਨਹੀਂ ਅਸੀਂ ਸੋਚ ਸਕਦੇ ਵੀ 4 ਸਾਹਿਬਜ਼ਾਦਿਆਂ ਨੇ ਬਾਜਾ ਸਿੱਖਿਆ ਹੋਊਗਾ। ਉਹ ਭਾਈ ਭਗਤੀ ਹੈ ਸਾਡਾ ਲੈਵਲ, ਭਗਤੀ ਹੋਰ ਚੀਜ਼ ਕੋਈ ਨਹੀਂ ਹੈ, ਭਗਤੀ ਨਾਮ ਜਪਣਾ ਹੀ ਹੈ। ਇਸ ਕਰਕੇ ਜਿਹੜੀ ਬਾਣੀ ਪੜ੍ਹਨੀ ਹੈ ਉਹ ਪੜ੍ਹਨੀ ਹੈ, ਪੜ੍ਹੇ ਬਗੈਰ ਗੁਜ਼ਾਰਾ ਨਹੀਂ ਹੈ। ਸਾਰਾ ਦਿਨ ਨਾਮ ਨਹੀਂ ਜਪ ਸਕਦੇ, ਕਲਯੁਗ ਐਡਾ ਭਾਰਾ ਹੈ। ਹਰ ਸ਼ਬਦ ਅਸੀਂ ਤਾਂ ਦੱਸਦੇ ਹਾਂ ਵੀ ਜਿੰਨੀ ਬਾਣੀ ਪੜ੍ਹੋਗੇ, ਪਰ ਹੌਲੀ ਹੌਲੀ ਧਿਆਨ ਨਾਲ ਕੋਈ ਨਾ ਕੋਈ ਸ਼ਬਦ ਤੁਹਾਡੀ ਜਿਹੜੀ ਅੰਦਰਲੀ ਹਾਲਤ ਹੈ, ਮੁਸ਼ਕਲਾਤ ਹੈ, ਜਿਹੜੀ ਤੂੰ ਲੰਘ ਰਿਹਾ ਉਹਦੇ ਨੂੰ ਟੈਲੀ ਕਰ ਜੂਗਾ। ਤੁਸੀਂ ਤੇ ਸ਼ਬਦ ਐਂ ਲੱਗਦਾ ਜਿੱਦਾਂ ਮੇਰੀ ਹਾਲਤ ਹੀ ਦਿੱਤੀ ਹੈ। ਇਸ ਕਰਕੇ ਇੰਨੀ ਦੁਨੀਆ ਬਾਣੀ ਨਾਲ ਲੱਗਣੀ, ਇਹ ਸਾਰਾ ਕਰਨਾ। ਔਰ ਤਾਂ ਲੇਕਿਨ ਸਾਡਾ ਸਭ ਤੋਂ ਵੱਡੀ ਚੀਜ਼ ਇਹ ਹੋ ਰਹੀ ਹੈ ਵੀ ਬਾਣੀ ਦੀਆਂ ਤੁਕਾਂ ਦਾ ਅਰਥ ਗਲਤ ਜਾ ਰਿਹਾ ਹੈ। ਹੁਣ ਸਾਰੇ ਕਹਿੰਦੇ ਜੀ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਉਹ ਦੇਖੋ ਜੀ, ਉਹ ਰਾਧਾ ਸਵਾਮੀ ਵਾਲੇ ਸਾਰੇ ਕਹਿੰਦੇ, ਦੇਖੋ ਜੀ ਲਿਖਿਆ ਨਹੀਂ ਪ੍ਰਤੱਖ ਗੁਰੂ ਨਿਸਤਾਰੇ। ਇੰਜ ਕਿ ਪ੍ਰਤੱਖ ਗੁਰੂ ਨਹੀਂ ਕਰਦੇ ਤੁਹਾਡਾ ਨਿਸਤਾਰਾ ਨਹੀਂ। ਅਸੀਂ ਉਹ ਸ਼ਬਦ ਕਿਹਾ, ਸ਼ਬਦ ਕੱਢੋ ਤਾਂ ਸਹੀ ਕੀ ਹੈ। ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਗੁਰਪੁਰਬ ਸਾਰੇ ਜੀ ਬਾਣੀ ਗੁਰੂ, ਗੁਰੂ ਹੈ ਬਾਣੀ। ਅਸੀਂ ਹੈਰਾਨ ਰਹਿ ਗਏ ਉਸ ਸ਼ਬਦ ਕੱਢ ਕੇ। ਗੁਰੂ ਰਾਮਦਾਸ ਸਾਹਿਬ ਦਾ ਸ਼ਬਦ, ਉੱਥੋਂ ਪਹਿਲੀ ਤੁਕ ਹੈ ਜਿੱਥੇ ਬਾਣੀ ਗੁਰੂ ਹੈ, ਗੁਰੂ ਹੈ ਬਾਣੀ, ਉੱਥੋਂ ਪਹਿਲੀ ਤੁਕ ਹੈ ਵੀ ਹਿਰਨ ਜਿਹੜਾ ਹੁੰਦਾ ਨਾ, ਇਹ ਬੜੀਆਂ ਬਾਣੀ ਰਾਹੀਂ ਅਸੀਂ ਸਾਬਤ ਕਰ ਰਹੇ ਹਾਂ। ਜਿਹੜਾ ਹਰਨ ਹੁੰਦਾ ਉਹਦੀ ਧੁੰਨੀ 'ਚ ਇੱਕ ਕਸਤੂਰੀ ਦਾ ਮੁਸਫਾ ਜਿਹਾ ਹੁੰਦਾ, ਥੈਲੀ ਜੀ, ਉਹ ਇੰਨੀ ਖੁਸ਼ਬੂ ਉੱਠਦੀ ਆ ਉਸ ਕਸਤੂਰੀ ਵਾਲੇ ਹਰਨ ਨੂੰ, ਉਹਦੇ ਅੰਦਰੋਂ ਖੁਸ਼ਬੂ ਉੱਠਦੀ ਹੈ। ਔਰ ਉਹ ਹਰਨ ਝਾੜੀਆਂ 'ਚ ਬੂਥੀਆਂ ਦਿੰਦਾ ਫਿਰਦਾ, ਕਿੱਥੋਂ ਆ ਰਹੀ, ਪਾਉਂਦਾ ਖੁਸ਼ਬੂ ਉਹਦੇ ਅੰਦਰ ਹੁੰਦੀ। ਐਦਾਂ ਇਸ ਬਾਣੀ ਦੇ ਵਿੱਚ ਹੀ ਬਾਣੀ ਹੈ। ਉਹ ਬਾਣੀ ਕਿਹੜੀ ਹੈ? ਉਹ ਹੈ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ। ਬਾਣੀ ਗੁਰੂ, ਗੁਰੂ, ਕਿਉਂਕਿ ਹਰ ਥਾਂ ਗੁਰੂ, ਗੁਰੂ ਇਕੱਠਾ ਹੈ। ਇੱਥੇ ਅਨਭੋਲੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਨਹੀਂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ। ਉਹ ਕੀ ਹੈ? ਇਸ ਬਾਣੀ ਜਿਹੜੀ ਤੂੰ ਗੁਰੂ, ਗੁਰੂ ਬਾਣੀ ਹੈ ਜਪਣਾ, ਇਹਦੇ ਵਿੱਚ ਹੀ ਇਹਨਾਂ ਦੀ ਸ਼ਬਦ ਵੱਜਣ ਲੱਗ ਪੈਣਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ। ਜਿੱਦਾਂ ਉਤਲੀ ਹੈ, ਜਿੱਦਾਂ ਹਿਰਨ ਦੀ ਧੁਨੀ 'ਚੋਂ ਖੁਸ਼ਬੂ ਹੁੰਦੀ, ਉਹ ਬਾਹਰ ਲੱਭਦਾ ਫਿਰਦਾ, ਇਸ ਤਰ੍ਹਾਂ ਤੂੰ ਇਸ ਬਾਣੀ ਦੇ ਵਿੱਚ ਹੀ ਤੈਨੂੰ ਸਭ ਕੁਛ ਮਿਲ ਜਾਣਾ, ਜਿਹੜੀ ਨਾਮ ਜਪਣ ਵਾਲੀ ਬਾਣੀ ਹੈ। ਗੁਰਬਾਣੀ ਦਾ ਮਤਲਬ ਹਰ ਥਾਂ ਗੁਰਬਾਣੀ ਨਹੀਂ ਹੈ। ਐਵੇਂ 1-2% ਬਾਣੀ ਦਾ ਲਫ਼ਜ਼, ਬਾਕੀ ਸਾਰੀ ਬਾਣੀ ਗੁਰਮੰਤਰ 'ਤੇ ਵਰਦੀ ਹੈ। ਜਿੱਦਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ। ਅੰਮ੍ਰਿਤ ਸਾਰ, ਅੰਮ੍ਰਿਤ ਹੈ, ਸਾਰ ਹੈ ਜਿਹੜਾ ਗੁਰੂ, ਗੁਰੂ ਜਪਣਾ ਹੈ, ਪਰਮੇਸ਼ਰ ਦਾ ਨਾਮ ਜਪਣਾ। ਗੁਰ ਘਰ ਇਕੱਠਾ ਆਇਆ, ਹਰ ਹਰ ਗੁਰ, ਗੁਰ ਕਰਤਾ ਰੇ, ਗੁਰੂ, ਗੁਰੂ ਜਪੇ ਮੀਤ ਹਮਾਰੇ ਮੂੰਹ ਖੋਜਲ। ਹਰ ਇੱਕ ਥਾਂ ਗੁਰੂ, ਗੁਰੂ ਇਕੱਠਾ ਹੈ। ਕਿੱਦਾਂ? ਹਰ ਪਹਿਲੀ ਰਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਆ। ਬਾਣੀ ਬਰਮਾ ਵੇਦ ਸਭ ਪਾਪ ਤਜਾਇਆ ਬਲਰਾਮ ਜੀਓ। ਹਰ ਹਰ ਉੱਥੇ ਵੀ ਗੁਰੂ, ਗੁਰੂ ਇਕੱਠਾ ਹੈ। ਸਤੇ ਗੁਰ, ਗੁਰ ਅੱਗੇ ਫੇਰ ਆ ਜਾਂਦਾ, ਉੱਥੇ ਦੋਨਾਂ ਦੇ ਰਾਹ ਆ। ਉੱਥੇ ਪੜ੍ਹਨਾ ਗੁਰ, ਗੁਰ ਗੁਰੂ, ਗੁਰੂ, ਕਿਉਂਕਿ ਗੁਰੂ ਗੁਰ, ਗੁਰੂ ਗੁਰ, ਗੁਰੂ ਕਰ ਮਨ ਰੇ, ਗੁਰੂ ਗੁਰ, ਗੁਰੂ ਗੁਰ, ਗੁਰੂ ਸੁਣੇ ਕੰਨ ਰੇ, ਗੁਰੂ ਗੁਰ, ਗੁਰੂ ਗੁਰ, ਗੁਰੂ ਜਪੇ ਪ੍ਰਾਣੀ ਹੋ। ਤੋ ਗੁਰੂ, ਗੁਰੂ ਜਪੇ ਮੀਤ ਮਾਰਾ, ਸਭ ਗੁਰੂ, ਗੁਰੂ ਜਗਤ ਸਭ ਬੋਲੇ। ਇੱਥੇ ਤੁਸੀਂ ਲੇਕਿਨ ਪਤਾ ਹੀ ਨਹੀਂ ਹੈ। ਅਗਲੀ ਤੋਂ ਸਾਫ਼ ਕਰੇਗੀ
ਇਹ ਮੈਂ ਕਿਉਂ ਸਾਰੀ ਚੀਜ਼ ਕਰ ਰਿਹਾ ਵੀ ਬਾਣੀ ਬਗੈਰ ਗੁਜ਼ਾਰਾ ਨਹੀਂ, ਪਰ ਬਾਣੀ ਨੂੰ ਸਮਝੋ, ਵਿੱਚੋਂ ਸਾਰੀ ਚੀਜ਼ ਮਿਲ ਜਾਣੀ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਦੀ ਚੀਜ਼ ਹੈ। ਪਰ ਅੱਗੇ ਹੈ ਗੁਰਬਾਣੀ ਕਹੇ, ਉੱਥੇ ਗੁਰਬਾਣੀ ਲਫ਼ਜ਼ ਨਹੀਂ ਹੈ, ਉੱਥੇ ਗੁਰ ਰਾਰੇ ਨੂੰ ਔਂਕੜ, ਇੱਕੋ ਵਾਰੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸਰੂਪ ਆਇਆ। ਉੱਥੇ ਗੁਰਬਾਣੀ ਕਹੇ ਨਹੀਂ ਹੈ, ਉੱਥੇ ਆ ਗੁਰਬਾਣੀ ਕਹੈ ਸੇਵਕ। ਜਿਹੜਾ ਮੰਨ ਜੇ ਅੰਦਰ ਹਿਰਦੇ 'ਚ ਉਤਰ ਜਾਏ ਮੰਤਰ, ਉਹ ਜਨ ਮਾਨੇ, ਉਹਦੇ ਲਈ ਪ੍ਰਤੱਖੇ ਗੁਰੂ ਨਿਸਤਾਰੇ ਹੋ ਜਾਂਦੇ। ਸਾਰੇ ਗੁਰੂ ਗ੍ਰੰਥ ਸਾਹਿਬ 'ਚ ਸਾਨੂੰ ਵੀ ਨਹੀਂ ਸੀ ਪਤਾ। ਸਾਨੂੰ ਸ਼ਿਕਾਗੋ ਤੋਂ ਫੋਨ ਆਏ ਪਏ ਇੱਕ ਪ੍ਰੋਫੈਸਰ ਦੇ, ਕਿਉਂਕਿ ਕੰਪਿਊਟਰ ਨਿਕਲ ਚੁੱਕਾ ਸੀ ਪਿਛਲੇ ਥੋੜ੍ਹੇ ਸਾਲਾਂ 'ਚ। ਉਹ ਕਹਿੰਦੇ ਭਾਈ ਸਾਹਿਬ ਜੀ ਇੱਥੇ ਇੱਕੋ ਵਾਰੀ ਗੁਰ ਦੇ ਰਾਰੇ ਨੂੰ ਔਂਕੜਾ, ਔਰ ਉਹ ਗੁਰਬਾਣੀ ਨਹੀਂ ਆ, ਉਹ ਹੈ ਗੁਰਬਾਣੀ, ਹੈ ਸਾਡਾ ਗੁਰ। ਉੱਥੇ ਰਾਰੇ ਨੂੰ ਔਂਕੜ ਹੈ, ਕਹੇ ਸੇਵਕ ਜਨ ਆਇਆ ਲਈ, ਮੰਨਣ ਵਾਲਾ ਜਨ ਮਾਨੇ, ਫਿਰ ਪ੍ਰਤੱਖੇ ਗੁਰੂ ਹੋ ਜਾਂਦਾ। ਗੁਰੂ ਸ਼ਬਦ ਹੈ, ਦੇ ਨਹੀਂ, ਗੁਰੂ ਸਭ ਪ੍ਰਤੱਖ ਹੋ ਜਾਂਦਾ। ਇਸ ਉਪਤਾਨ ਨਿਸਤਾ ਮਤਲਬ ਉੱਥੇ ਗੁਰਬਾਣੀ ਕਹੇ, ਇੱਥੇ ਕਰਕੇ ਜੀ ਗੁਰਬਾਣੀ ਕਹੇ ਸੇਵਕ ਜਨ ਮਾਨੇ। ਗੁਰੂ ਗ੍ਰੰਥ ਸਾਹਿਬ ਜੋ ਕਹਿੰਦਾ ਸਾਰਾ, ਅਸੀਂ ਕਹਿੰਦੇ ਹੋ ਭਾਈ ਆਹ ਚੀਜ਼ਾਂ ਮੈਂ ਤਾਂ ਦੱਸ ਰਿਹਾ, ਜਾ ਕੇ ਦੇਖੇ ਸਪੈਲਿੰਗ ਉੱਥੇ ਗੁਰਬਾਣੀ, ਔਰ ਬਾਣੀ ਗੁਰੂ ਗੁਰੂ ਹੈ। ਸਾਡਾ ਗੁਰਮੰਤਰ ਜਿਹੜਾ ਸਾਰਾ ਉਹੀ ਲਿਖਿਆ। ਇਸ ਕਰਕੇ ਬਾਣੀ ਹਰ ਇੱਕ ਥਾਂ ਨਹੀਂ। ਅਸੀਂ ਇੱਕ ਹੋਰ ਦਿੰਦੇ ਹਾਂ, ਸਤਿਗੁਰ ਪੁਰਖ ਮਿਲਾਏ ਔਗਣ ਵਿਕਣਾ ਗੁਣ ਰਵੇਂ ਬਲਰਾਮ ਜੀਓ, ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ। ਗੁਰਬਾਣੀ ਸਾਧ ਮੀਠੀ ਲਾਗੀ, ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਿਆ ਸੁਖ ਪਾਇਆ, ਸਹਿਜੇ ਸਹਿਜ ਮਿਲਾਇਆ। ਹੁਣ ਇਹ ਗੁਰਬਾਣੀ ਕੰਮ ਕਰ ਦੂੰਗੀ, ਕਿੰਨੀਆਂ ਕਲਾ ਵਰਤੀਆਂ, ਔਰ ਹੁਣੇ ਮਤਲਬ ਖੋਲਾਂਗੇ ਸਵਾਦ ਆ ਜਾਊਗਾ ਵੀ ਆਹ ਸਤਿਗੁਰ ਪੁਰਖ ਮਿਲਾਏ। ਔਰ ਸਤਿਗੁਰ ਜਿਹੜਾ ਅੰਦਰ ਆਉਣਾ, ਜਿਹਦੀ ਦੇਹ ਨਹੀਂ, ਉਹ ਤਾਂ ਮਿਲਾਏਗਾ। ਪਹਿਲਾਂ ਤੇਰੇ ਔਗਣ ਸੇਲ 'ਤੇ ਲਾ ਦੇਗਾ, ਅੰਦਰੋਂ ਔਗਣ ਕੱਢੇਗਾ ਤੇਰੇ। ਜਿੱਦਾਂ ਸੇਲਾਂ ਅੱਜ ਕੱਲ੍ਹ ਲੱਗਦੀਆਂ ਨੇ, ਬੀਬੀਆਂ ਜਾਂਦੀਆਂ, ਉਹ ਸੇਲ ਲੱਗੀ ਉੱਥੇ, ਚੌਥੇ ਦਿਨ ਉਹ ਮੋੜਨ ਵੀ ਜਾਂਦੀਆਂ। ਫਿਰ ਇਸ ਤਰ੍ਹਾਂ ਸਤਿਗੁਰ ਪੁਰਖ ਜਦੋਂ ਅਸੀਂ ਤੇ ਉਹਨਾਂ ਦੇਸ਼ਾਂ 'ਚ ਰਿਵਾਜ਼ ਦੇਖਿਆ ਸੀ, ਹੁਣ ਤੇ ਇੱਥੇ ਕਮਾਲ ਹੋਈ ਪਈ ਹੈ। ਤੋ ਸਤਿਗੁਰ ਪੁਰਖ ਜਦੋਂ ਅੰਦਰ ਆਉਣਾ, ਉਹਨੇ ਤੇਰੇ ਔਗਣ ਪਹਿਲਾਂ ਕੱਢਣੇ ਆ। ਸਤਿਗੁਰ ਪੁਰਖ ਮਿਲਾਏ ਔਗਣ ਵਿਕਣਾ, ਗੁਣ ਰਵਾਂ ਬਲਰਾਮ ਜੀਓ, ਹਰ ਹਰ ਨਾਮ ਤੇ ਆਏ। ਗੁਰਬਾਣੀ ਨਿਤ ਨਿਤ ਬੋਲੀ ਨਹੀਂ, ਪਾਠ ਨਹੀਂ ਕੀਤਾ, ਉਹ ਗੁਰਬਾਣੀ ਗੁਰਮੰਤਰ ਹੈ। ਨਿਤ ਨਿਤ ਚਵਾਂ ਕੀ ਹੈ? ਚਾਵਣ ਪਰਾਸ ਇੱਥੋਂ ਤੁਰੇ ਆ। ਚਾਵਣ ਪਰਾਸ ਐਡਾ ਸਵਾਦ ਹੁੰਦਾ ਜਿਹੜਾ ਆ ਕਬਜ਼ ਨੂੰ ਦੂਰ ਕਰਦਾ। ਉਹਦਾ ਰੰਗ ਤੇ ਬਹੁਤ ਪੈੜਾ ਹੁੰਦਾ, ਕਾਲਾ ਜਿਹਾ। ਤੋ ਚਾਵਨ ਪਰਾਸ ਐਸੀ ਟੌਨਕ ਹੈ, ਉਹ ਚਾਵਨ ਪਰਾਸ ਦਾ ਕੰਮ ਕਰਦਾ। ਸੋਰੇ ਨਾਮ ਹਰ ਹਰ ਨਾਮ ਤੇ ਆਏ। ਗੁਰਬਾਣੀ ਕੀ ਹੈ? ਉਹੀ ਗੁਰਬਾਣੀ, ਉਹ ਨਿਤ ਨਿਤ ਚਵੈ। ਜਿੱਦਾਂ ਇੰਨਾ ਹਰ ਹਰ ਮੀਠਾ ਲਾਇਆ ਬਲਰਾਮ, ਇੰਨਾ ਸਵਾਦ ਆਉਂਦਾ ਫਿਰ ਜਪਣ ਤੋਂ। ਫਿਰ ਗੁਰਬਾਣੀ ਸਦ ਮੀਠੀ ਲੱਗ ਗਈ। ਹੁਣ ਕਹੋਗੇ ਜੀ ਬਾਣੀ ਤੇ ਛੱਡਣ ਨੂੰ ਤਿਆਰ ਨਹੀਂ। ਉਹਦੇ ਕਹਿੰਦੇ ਨਾਮ ਜਪਣ ਦਾ ਕੀ ਫਾਇਦਾ? ਬਾਣੀਆਂ ਸੀ ਜਿਹੜੀਆਂ ਇੰਨੀਆਂ ਪੜ੍ਹਦੀਆਂ, ਉਹ ਕਹਿੰਦੇ ਗੁਰਬਾਣੀ ਸਦ ਮੀਠੀ ਲੱਗੀ। ਸਿੱਖਾਂ ਨੇ ਤੇ ਬੜੀ ਮਿੱਠੀ ਲੱਗਦੀ ਹੈ, ਪਰ ਇਹ ਉਹ ਹਉਮੈ ਵਿਕਣਾ। ਸਤਿਗੁਰ ਪੁਰਖ ਮਿਲਾਏ ਔਗਣ ਵਿਕਣਾ, ਗੁਣ ਰਵਾਂ ਬਲਰਾਮ ਜੀਓ। ਹਰ ਹਰ ਨਾਮ ਤੇ ਆਏ। ਚੜ੍ਹਦੀਆਂ ਹੀ ਜਾਂਦੀਆਂ ਸਟੇਜਾਂ ਹੁਣ। ਹਰ ਹਰ ਨਾਮ ਤੇ ਆਏ। ਗੁਰਬਾਣੀ ਨਿਤ ਨਿਤ ਆਵੇ ਨਿਤਨੇਮ। ਗੁਰਬਾਣੀ ਨਿਤ ਨਿਤ ਚਵੈ ਬਲਰਾਮ ਜੀਓ। ਗੁਰਬਾਣੀ ਸਦ ਮੀਠੀ ਲਾਗੀ, ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਿਆ ਸੁਖ ਪਾਇਆ, ਪਰ ਸਹਿਜੇ ਸਹਿਜ ਮਿਲਾਇਆ। ਕਾਇਆ ਸੇਜ, ਫਿਰ ਕਾਇਆ ਸੇਜ ਬਣ ਜਾਂਦੀ। ਗੁਰ ਸਬਦੇ ਸੁਖਾਲੀ, ਗਿਆਨ ਤਤ ਕਰ ਭੋਗੋ। ਉੱਥੇ ਗਿਆਨ ਨਾਲ ਸੈਕਸ ਕਰਦਾ ਫਿਰ ਬੰਦਾ, ਇੰਨਾ ਅੰਦਰ ਸਵਾਦ ਆਉਂਦਾ। ਗੁਰਬਾਣੀ ਸਦ ਮੀਠੀ ਲਾਗੀ, ਇਹ ਗੁਰਮੰਤਰ ਹੈ। ਪਾਪ ਵਿਕਾਰ ਉਹਨੇ ਗਵਾਉਣਾ ਹੈ। ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਿਆ ਸੁਖ ਪਾਇਆ, ਸਹਿਜੇ ਸਹਿਜ ਮਿਲਾਇਆ। ਤੇ ਕਾਇਆ ਸੇਜ ਗੁਰ ਸਬਦੇ ਸੁਖਾਲੀ, ਗਿਆਨ ਤਤ ਕਰ ਭੋਗੋ।
ਆਹ ਆਨ ਦਿਨ ਸੁਖ ਮਾਨੋ ਨਿਤ ਰਲੀਆਂ ਨਾਨਕ ਤੁਰੇ ਸੰਜੋਗੋ। ਆ ਪੇਚਾ ਪਾ ਗਏ ਵੀ ਤੁਰ ਦੇ ਸੰਜੋਗ ਵੀ ਹੋਣੇ ਚਾਹੀਦੇ ਆ। ਫਿਰ ਧਿਆਨ ਨਾਲ ਸ਼ਬਦ ਇੱਕੋ ਸੁਣੋ। ਔਰ ਗੁਰਬਾਣੀ ਨਹੀਂ ਉੱਥੇ ਕਹਿਣੀ ਵੀ ਜੋ ਸਾਡੀ ਮਿੱਠੀ ਸਿੱਖਾਂ ਨੂੰ ਤਾਂ ਬਹੁਤ ਮਿੱਠੀ ਲੱਗਦੀ। ਛੱਡਣ ਕੋਤਰ ਕੋਤਰ ਸੌ ਅਖੰਡ ਪਾਠ ਚੱਲੀ ਜਾਂਦੇ ਸਾਰੇ। ਅਸੀਂ ਰੋਜ਼ ਕਹਿ ਰਹੇ ਹਾਂ ਵੀ ਅਖੰਡ ਪਾਠ ਆਪ ਕਰੋ ਸਾਰੇ ਜੀ ਰਲ ਕੇ, ਔਰ ਸਾਲ ਬਾਅਦ ਭੋਗ ਪਾਇਆ ਕਰੋ। ਜ਼ਰੂਰੀ ਨਹੀਂ ਹੈ, ਨਹੀਂ ਤਾਂ ਕੱਖ ਨਹੀਂ ਪੱਲੇ ਪੈਣਾ। ਤੋ ਗੁਰਬਾਣੀ ਸਦ ਮੀਠੀ ਉਹ ਉਹਨਾਂ ਨੇ ਤੇ ਬਣਾਏ ਆ, ਉਹਨਾਂ ਦੀਆਂ ਪੋਸਟਾਂ ਕਾਇਮ ਹੈ। ਧੂਫੀਏ ਦੀ ਪੋਸਟ ਅਲੱਗਾ ਔਰ ਜਗਾਉਣ ਵਾਲੇ ਦੀ ਅਲੱਗਾ, ਔਰ ਕਈ ਕਈ ਗ੍ਰੰਥ ਸਾਹਿਬ ਰੱਖ ਕੇ ਪਾਠ ਹੋ ਰਹੇ ਨੇ। ਨਾਲੇ ਬੜੇ ਸਤਿਕਾਰ ਨਾਲ ਮੂੰਹ ਬੰਨ੍ਹ ਕੇ ਪਾਠ ਕਰ ਰਹੇ ਨੇ। ਔਰ ਜਿੰਨੇ ਪਾਠ ਹੋ ਰਹੇ ਸਾਰੇ ਕਿੰਨੀਆਂ ਪੋਸਟਾਂ ਵੈ, ਕਿੰਨਾ ਗ੍ਰਿਸ਼ਤੀ, ਕਿੰਨਾ ਕਿੰਨਾ ਖਰਚ ਹੈ। ਔਰ ਪਾਠ ਕਰ ਕਰਕੇ ਕੋਤਰ ਸੌ ਪਾਠ। ਆ ਮੈਂ ਜਿੱਥੇ ਬੇਰੀਆ ਸਾਨ ਫਰਾਂਸਿਸਕੋ ਸਾਰਾ ਰਹਿਣਾ ਸਾਰਾ ਉੱਥੇ ਗਿਆ। ਮੈਂ ਕਹਿੰਦੇ ਜੀ ਅੱਜ ਭਾਈ ਸਾਹਿਬ ਆਏ ਹੈ ਕਈ ਸਾਲਾਂ ਬਾਅਦ ਸਾਡੇ ਕੈਲੀਫੋਰਨੀਆ। ਮੈਂ ਕਿਹਾ ਅੱਜ ਬੜੀ ਰੌਣਕ। ਕਹਿੰਦੇ ਜੀ ਅੱਜ ਇੱਥੇ ਕੋਤਰ ਸੌ ਪਾਠ ਹੋ ਕੇ ਹਟੇ ਹੈ ਅਤੇ 102ਵਾਂ ਪਾਠ ਅੱਜ ਕਰਨਾ। ਮੈਂ ਕਿਹਾ 101 ਪਾਠ ਤੇ ਕਰ ਚੁੱਕੇ, 102ਵਾਂ ਕਾਹਦਾ, ਇਹ ਕਿਉਂ ਕਹਿ ਰਿਹਾ? ਕਹਿੰਦੇ ਭਾਈ ਸਾਹਿਬ ਜੀ ਗ੍ਰੰਥੀ ਸੁੱਤੇ ਫੜੇ ਗਏ ਸੀ, ਪਾਠ ਕਰਦੇ ਕਰਦੇ ਵਗੇ ਆ ਜਾਂਦੇ, ਉਹ ਮਾਫੀ ਲਈਏ ਪਾਠ। ਵਾਹ ਬਈ ਵਾਹ, ਹੱਡ ਬੀਤੀਆਂ ਮੈਂ ਤਾਂ ਸੁਣਾ ਰਿਹਾ। ਪਾਠ ਲੱਗੀ ਹੈ ਸਭ ਕਾ, ਲੇਕਿਨ ਆ ਜਦੋਂ ਚੀਜ਼ ਜਾਏਗੀ ਵੀ ਗੁਰਬਾਣੀ ਨਿਤ ਨਿਤ ਚਵਾਓ। ਗੁਰਬਾਣੀ ਹੋਰ ਚੀਜ਼ ਹੈ। ਬਾਣੀ ਪਾਪ ਵਿਕਾਰ ਗਵਾਇਆ, ਹਉਮੈ ਰੋਗ ਦੇਖੋ ਚੱਲ ਜਾਂਦਾ। ਹਉਮੈ ਰੋਗਿਆ ਸੁਖ ਪਾਇਆ, ਸਹਿਜੇ ਸਹਿਜ ਕੰਮ ਹੋਣਾ। ਸਹਿਜੇ ਸਹਿਜ ਮਿਲਾਇਆ, ਸਹਿਜੇ ਸਹਿਜ ਮਿਲਾਇਆ। ਫਿਰ ਕਾਇਆ ਦੇ ਅੰਦਰ ਹੀ ਸੇਜ ਵਿਖ ਜਾਂਦੀ ਹੈ। ਕਾਇਆ ਸੇਜ ਗੁਰ ਸ਼ਬਦੇ ਸੁਖਾਲੀ। ਆੜਾ ਸ਼ਬਦ ਜਪ ਰਹੇ ਹੈ, ਇਹਦੇ ਬਾਣੀ ਨਹੀਂ ਰਹੀ। ਗੁਰ ਸ਼ਬਦੇ ਸੁਖਾਲੀ, ਗਿਆਨ ਇੰਨਾ ਹੁੰਦਾ ਉਸ ਦੇ ਅੰਦਰ। ਉਹਦੇ 'ਚ ਇਸ਼ਨਾਨ, ਉਹਦੇ ਨਾਲ ਭੋਗ, ਉਹਦੇ ਨਾਲ ਸਭ ਕੁਛ ਗਿਆਨ। ਕਾਇਆ ਸੇਜ ਗੁਰ ਸ਼ਬਦੇ ਸੁਖਾਲੀ, ਗਿਆਨ ਤਤ ਕਰ ਭੋਗੋ। ਆਨ ਦਿਨ ਸੁਖ ਮਾਣੋ ਨਿਤ। ਜਿਹੜੀਆਂ ਹੋਲੀ ਮਨਾਉਣੀ, ਜਿੱਦਾਂ ਦੀ ਹੋਲੀ ਰਲੀਆਂ ਅੰਦਰ ਰਲੀਆਂ ਹੋ ਰਹੀਆਂ। ਆਨ ਦਿਨ ਸੁਖ ਮਾਣੋ ਨਿਤ ਰਲੀਆਂ, ਪਰ ਨਾਨਕ ਤੁਰੇ ਸੰਜੋਗੇ। 3 ਫੈਕਟਰ ਹੈ। ਪਿਛਲਾ ਸੰਜੋਗ, ਇੱਥੇ ਦੀ ਕਿੱਦਾਂ ਦੀ ਸੰਗਤ ਕਰਦੇ ਹੋ, ਔਰ ਉਹਦਾ ਗੁਰਪ੍ਰਸਾਦ। ਤੋ ਗੁਰਪ੍ਰਸਾਦੇ ਇਹ ਹੈ ਬਾਣੀ ਦੇ ਸਾਰੇ ਵਿਚਾਰ ਵੀ ਬਾਣੀ ਦੇ ਪਾਠ ਕਰੋ। ਜੋ ਬਣ ਰਿਹਾ ਉਹਦੇ ਵਿੱਚੋਂ ਹੀ ਅਸੀਂ ਇਹ ਚੀਜ਼ਾਂ ਦੇ ਰਹੇ ਹਾਂ। ਇਸ ਕਰਕੇ ਹਰ ਹਰ ਨਿਤ ਜਪਿਓ ਜੀ ਹੋ। ਨਿਤਨੇਮ ਦਾ ਲਫ਼ਜ਼ ਨਹੀਂ ਹੈ। ਅਸੀਂ ਜੀ ਸਦਕੇ ਸਾਰਾ ਬਣਾਓ, ਸਭ ਕੁਛ ਕਰੋ, ਪਰ ਕੌਮ 'ਤੇ ਠੋਸੋ ਨਾ। ਸਤਿਗੁਰ ਦੀ ਬਾਣੀ ਦੇ ਬਗੈਰ ਕਦੀ ਗਾਂ ਜ਼ਮਾਨਾ ਆਏਗਾ। ਅਸੀਂ ਤਰਲਾ ਪਾ ਰਹੇ ਹਾਂ ਸਾਰੇ ਸਿੱਖ ਸੰਗੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ। ਇਹ ਸਾਰੇ ਸਵਾਲ ਉਹ ਗੁਰਬਾਣੀ ਦੇ ਰਾਹੀਂ ਹੱਲ ਕਰੋ। ਸਤਿਗੁਰ ਦੀ ਬਾਣੀ ਤੋਂ ਬਗੈਰ ਅਸੀਂ ਕੁਛ ਨਹੀਂ ਫੈਸਲਾ ਦੇ ਸਕਦੇ। ਨਾ ਅਸੀਂ ਕੋਈ ਵੀ ਪ੍ਰਮਾਣ ਬਾਣੀ ਤੋਂ ਬਾਹਰ ਨਹੀਂ ਦੇ ਸਕਦੇ। ਨਾ ਕਹਾਣੀ ਨਾ ਕਿਸੇ ਦਾ, ਨਾ ਕਿਸੇ ਕਿਤਾਬ ਨਾਲ, ਜਾਂ ਸਾਡੇ ਆਹ ਕਰ ਗਏ ਜੀ ਬਾਬਾ ਜੀ ਸਾਡੇ ਆਹ ਭਾਈ ਸਾਹਿਬ ਕਰ ਗਏ ਆਹ ਇੱਦਾਂ ਅਸੀਂ ਨਹੀਂ ਮੰਨਦੇ। ਜੋ ਬਾਣੀ ਕਹਿੰਦੀ ਉਹਦੇ ਮੁਤਾਬਕ ਸਾਰੀਆਂ ਖੋਜਾਂ ਕਰੋ, ਔਰ ਪਿਆਰ ਦੇ ਨਾਲ, ਔਰ ਕਿਸੇ ਨੂੰ ਟੋਕੋ ਨਾ। ਜੋ ਹੋ ਰਿਹਾ ਹੈ ਆਪ ਗਿਆਨ ਸਾਂਭ ਕੇ ਪਿਆਰ ਨਾਲ ਰੱਖੋ। ਕਦੀ ਐਨ ਸਹਿ ਸੁਭਾਏ ਉਹਨਾਂ ਨੂੰ ਜੇ ਸਮਝਾਉਣ ਦੀ ਲੋੜ ਪੈ ਜਾਏ, ਕਹਿੰਦੇ ਭਾਈ ਇੱਥੇ ਜ਼ਰਾ ਪੜ੍ਹ ਕੇ ਆਹ ਦੇਖ ਲਿਆ ਕਰੋ। ਇਸ ਕਰਕੇ ਜਿਹੜੀ ਬਾਣੀ ਹੈ ਇਹ ਸਾਰੀ ਹਰ ਇੱਕ ਥਾਂ ਗੁਰਮੰਤਰ ਦਾ ਜ਼ਿਆਦਾ ਮਤਲਬ ਹੈ ਇਹਦਾ। ਬਾਣੀ ਜਿਹੜੀ ਅਸੀਂ ਪਾਠ ਕਰਦੇ ਪੜ੍ਹਦੇ ਉਹਦੇ ਵੱਲ ਘੱਟ ਇਸ਼ਾਰਾ ਹੈ, ਸਾਰੀ ਦਾ ਨਿਚੋੜ ਹੈ। ਇਸ ਕਰਕੇ ਆਓ ਰਲ ਮਿਲ ਕੇ ਸਾਰੇ ਇਹੋ ਜਿਹੇ ਜਿੰਨੇ ਵੀ ਕੁਐਸਚਨ ਸਾਡੇ ਤੱਕ ਪਹੁੰਚਣਾ ਅਸੀਂ ਵੈਲਕਮ ਕਰਦੇ ਹਾਂ। ਜਿੰਨੀ ਅਸੀਂ ਸੇਵਾ ਕਰ ਸਕਦੇ ਹਾਂ ਅਸੀਂ ਕਰਿਆ ਕਰਾਂਗੇ, ਔਰ ਇਹ ਲੜੀ ਚੱਲਦੀ ਰਹੇਗੀ। ਇਸ ਕਰਕੇ ਅਸੀਂ ਇੱਥੇ ਹੀ ਭੋਗ ਪਾਉਂਦੇ ਹਾਂ। ਸਤੇ ਸਾਰੀ ਨਿਵਾਸ ਆਦੇ ਪੁਰਖ ਸਦਾ ਤੂੰ ਹੀ। ਵਾਹਿਗੁਰੂ 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 ਵਾਹਿ ਜੀਓ ਸਦਾ
ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।